ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਦੇ ਗੁੱਗਾ ਜਾਹਰਵੀਰ ਮੰਦਿਰ ਦੀ ਕਮੇਟੀ ਅਤੇ ਗੱਦੀ ਨਸ਼ੀਨ ਸਤਨਾਮ ਸਿੰਘ ਨੇ ਇੱਕ ਦੂਸਰੇ ਤੇ ਆਰੋਪ ਲਗਾਏ ਹਨ। ਇੱਕ ਪਾਸੇ ਜਿੱਥੇ ਕਮੇਟੀ ਨੇ ਪ੍ਰੈਸ ਵਾਰਤਾ ਕਰਕੇ ਦੱਸਿਆ ਕਿ ਗੱਦੀ ਨਸ਼ੀਨ ਨੇ ਮੰਦਿਰ ਨਾਲ ਗਬਨ ਕੀਤਾ ਹੈ ਅਤੇ ਕਮੇਟੀ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਕਮੇਟੀ ਦੀ ਸ਼ਿਕਾਇਤ ਤੇ ਪੁਲਿਸ ਨੇ ਸਤਨਾਮ ਸਿੰਘ ਦੇ ਖਿਲਾਫ 420 ਦਾ ਮਾਮਲਾ ਵੀ ਦਰਜ ਕੀਤਾ ਹੋਇਆ ਹੈ। ਦੂਸਰੇ ਪਾਸੇ ਸਤਨਾਮ ਸਿੰਘ ਨੇ ਸਾਰੇ ਆਰੋਪਾਂ ਨੂੰ ਖਾਰਜ ਕਰਦੇ ਹੋਏ ਉਲਟਾ ਕਮੇਟੀ ਦੇ ਆਰੋਪ ਲਗਾਏ ਹਨ। ਕਮੇਟੀ ਦਾ ਅਸਲੀ ਰਜਿਸਟਰ ਉਸਦੇ ਕੋਲ ਹੈ ਅਤੇ ਕਮੇਟੀ ਅਸਲੀ ਨਹੀਂ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ जी। जय बाबे दी। मैं तजिंदर सिंह सेवादार गुग्गा जाहरवीर मंदिर बजवाड़ा। अज जी बेसिकली असी प्रैस मीट की है जी, ये सारी संगत को दसन लई कीती है कि जो मंदिर दे विच पिछले 6-7 महीनों तो चल रहा है। साडे इत्थे सतनाम सिंह बाबा जी सीगे जिहड़े कि 3 साल पहले गद्दी नशीन कीते सी हरीश भल्ला जी ने। उन्हां तो पहले भगत चंद्र किशोर जी सीगे जिन्हां ने हरीश भल्ला जी नूं गद्दी नशीन कीता सीगा। बट जदों दा 3 साल हो गए, 3 साल दे विच पहले साल तो बाद मेले तो बाद बाबा जी नूं पूरी मतलब 2 साल पूरी कह लो इज्जत मान जो उन्हां दा बनदा आदर सत्कार सब कुछ मिलदा है। कमेटी दे नाल असी मतलब कमेटी उन्हां नाल बिल्कुल चलदी सी रल मिल के। जिथों चक्कर पिया जी बेसिकली मंदिर दे सामने जगह लई सीगी असी लंगर हॉल वास्ते प्लस डिस्पेंसरी वास्ते। जिथों गल शुरुआत हुई पैसे दी, ਅਸੀਂ ਉਹਨਾਂ ਨੂੰ ਪੁੱਛ ਕੇ ਲਿਆ ਕਿ ਬਾਬਾ ਜੀ ਕਿ ਅਸੀਂ ਜਗ੍ਹਾ ਲੈਣ ਲੱਗੇ ਆ ਮੰਦਿਰ ਵਾਸਤੇ ਕਿ ਉਹਦਾ ਬਿਆਨਾ ਅਸੀਂ ਕਰ ਦਈਏ। ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਿਆਨਾ ਕਰ ਦਿਓ, ਮੈਂ ਮੰਦਿਰ ਦੇ ਜਿਹੜੇ ਪੈਸੇ ਮੇਲੇ ਦੇ ਆ ਜਾਂ ਉੱਦਾਂ ਜਿਹੜੇ ਮੇਰੇ ਕੋਲ ਮੈਂ ਤੁਹਾਨੂੰ ਦੇ ਦੂੰਗਾ। ਅਸੀਂ ਉਹਦਾ ਬਿਆਨਾ ਕਰ ਦਿੱਤਾ, ਭਾਜੀ ਨੇ ਕੀਤਾ ਬਿਆਨਾ। ਅਨਿਲ ਕੁਮਾਰ ਜੀ ਇਹ ਸਾਡੇ ਇਸ ਵੇਲੇ ਮੌਕੇ ਦੇ ਪ੍ਰੈਜ਼ੀਡੈਂਟ ਨੇ, ਜਿਹੜੀ ਗੁੱਗਾ ਜਾਹਰਵੀਰ ਰਜਿਸਟਰ ਕਮੇਟੀ 2007-8 ਤੋਂ ਬਣੀ ਆ ਰਹੀ ਹੈ। ਇਹ ਇਸ ਵੇਲੇ ਗੱਦੀ ਨਸ਼ੀਨ ਵੀ ਨੇ, ਉਹ ਅਸੀਂ ਤੁਹਾਨੂੰ ਬਾਅਦ 'ਚ ਦੱਸਾਂਗੇ। ਇਹ ਸਾਰੇ ਜ਼ਮੀਨ ਦੀ ਜਿਹੜੀ ਡੀਲ ਤੁਸੀਂ ਕੀਤੀ ਸੀ? ਹਾਂਜੀ ਅਸੀਂ ਕੀਤੀ ਸੀ। ਸਾਡੇ ਤੋਂ ਪਹਿਲੇ ਬਾਬਾ ਜੀ ਨੇ ਕੀਤੀ ਸੀਗੀ, ਵਰਬਲੀ ਗੱਲ ਕੀਤੀ ਸੀਗੀ ਕਿੰਨੇ ਦੀ ਜ਼ਮੀਨ ਆ ਤੇ 60 ਲੱਖ ਰੁਪਏ 'ਚੋਂ ਡਨ ਕਰਿਆ ਆਏ ਸੀਗੇ। ਬਟ ਜਦੋਂ ਅਸੀਂ ਉਹਨਾਂ ਨੂੰ ਜ਼ਮੀਨ ਮਾਲਕਾਂ ਨੂੰ ਜਾ ਕੇ ਮਿਲੇ ਆ, ਉਹਨਾਂ ਨੂੰ ਅਸੀਂ ਦੱਸਿਆ ਕਿ ਮੰਦਿਰ ਵਾਸਤੇ ਜ਼ਮੀਨ ਆ ਦਾ ਮਤਲਬ ਪਬਲਿਕ ਵਾਸਤੇ ਜ਼ਮੀਨ ਖਰੀਦਣੀ ਆ ਅਸੀਂ, ਤਾਂ ਉਹਨਾਂ ਨੇ ਸਾਨੂੰ 42 ਲੱਖ ਰੁਪਏ ਦੇ ਵਿੱਚ ਡਨ ਕਰਤੀ ਉਹੀ ਜ਼ਮੀਨ। 18 ਲੱਖ ਰੁਪਈਆ ਸਾਨੂੰ ਫਸਟ ਡੀਲ ਦੇ ਉੱਤੇ ਸਾਨੂੰ ਉਹਨਾਂ ਨੇ ਕਿਹਾ ਕਿ ਚਲੋ ਇਹ ਤੁਹਾਨੂੰ ਛੱਡ ਦਿੰਦੇ ਆ। ਉਹਦੇ ਵਿੱਚ ਵੀ ਅਸੀਂ ਪੁੱਛ ਕੇ ਇਹਨਾਂ ਨੂੰ ਬਿਆਨਾ ਕਰ ਦਿੱਤਾ 10 ਲੱਖ ਰੁਪਏ ਦਾ। ਜਦੋਂ ਟਾਈਮ ਆਇਆ ਰਜਿਸਟਰੀ ਦਾ ਤੇ ਅਸੀਂ ਕਿਹਾ ਬਾਬਾ ਜੀ ਟਾਈਮ ਆ ਗਿਆ, ਤਾਂ ਉਹ ਕਹਿੰਦੇ ਜੀ ਮੈਨੂੰ ਹੁਕਮ ਨਹੀਂ ਹੈ ਜੇ ਤੁਹਾਨੂੰ ਪੈਸੇ ਦੇਣ ਦਾ। ਅਸੀਂ ਮਾਲਕ ਦੇ ਨਾਲ ਜਿਹੜਾ ਜ਼ਮੀਨ ਮਾਲਕ ਸੀ ਉਹਨੂੰ ਮਿਹਨਤ ਤਰਲਾ ਕਰਕੇ ਮੰਦਿਰ ਦਾ ਦੱਸਿਆ ਕਿ ਮੰਦਿਰ ਦੇ ਵਿੱਚ ਥੋੜ੍ਹਾ ਜਿਹਾ ਇਸ਼ੂ ਚੱਲ ਰਿਹਾ ਤੇ ਸਾਨੂੰ ਟਾਈਮ ਚਾਹੀਦਾ। ਉਹਨਾਂ ਨੇ 6 ਮਹੀਨੇ ਸਾਨੂੰ ਹੋਰ ਦਿੱਤੇ। ਅਸੀਂ ਉਹਦੇ ਵਿੱਚ ਉਹਨਾਂ ਨੂੰ 10 ਲੱਖ ਰੁਪਈਆ ਹੋਰ ਸੰਗਤ ਤੋਂ ਇਕੱਠਾ ਕਰਕੇ ਸੰਗਤ ਦੀ ਸੇਵਾ ਨਾਲ ਦੇ ਦਿੱਤਾ। ਜਦੋਂ ਇਨ ਬਿਟਵੀਨ ਮੇਲੇ ਤੋਂ ਪਹਿਲੇ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਬਾ ਜੀ ਪੈਸੇ ਜਿਹੜੇ ਹੈਗੇ ਆ ਉਹਦਾ ਜਾਂ ਤਾਂ ਸਾਨੂੰ ਕੁਝ ਦੱਸ ਦਿਓ ਕਿ ਤੁਸੀਂ ਕੀ ਕੀਤਾ ਆ, ਜਾਂ ਤਾਂ ਸਾਨੂੰ ਦੇ ਦਿਓ ਅਸੀਂ ਉਹ ਦੇ ਕੇ ਰਜਿਸਟਰੀ ਕਰਵਾਈਏ ਮੰਦਿਰ ਦੀ। ਤਾਂ ਉਹ ਮੈਂ ਔਨ ਰਿਕਾਰਡ ਨਹੀਂ ਦੱਸ ਸਕਦਾ ਕਿ ਬਾਬਾ ਜੀ ਨੇ ਕੀ ਕੀਤਾ, ਤੇ ਬਾਬਾ ਜੀ ਨੇ ਸਾਫ਼ ਇਨਕਾਰ ਕਰਤਾ ਮੇਰੇ ਕੋਲ ਪੈਸੇ ਨਹੀਂ ਹੈਗੇ। ਮੰਦਿਰ ਦੇ ਵਿੱਚ 3 ਗੱਡੀਆਂ ਜੀ, ਇੱਕ ਐਂਬੂਲੈਂਸ ਹੈ ਜਿਹੜੀ ਕਿ ਪਬਲਿਕ ਵੈਲਫੇਅਰ ਵਾਸਤੇ ਅਸੀਂ ਲਈ ਆ, ਇੱਕ ਮਾਨਸਾ ਗੱਡੀ ਆ ਉਹ ਭਗਤ ਚੰਦਰ ਕਿਸ਼ੋਰ ਜੀ ਦੇ ਨਾਂ 'ਤੇ ਆ, ਇੱਕ ਇਨੋਵਾ ਗੱਡੀ ਆ ਉਹ ਭਗਤ ਹਰੀਸ਼ ਭੱਲਾ ਜੀ ਨੇ ਲਈ ਸੀ 14 ਲੱਖ ਰੁਪਏ ਨਗਦ ਦੇ ਕੇ। ਜਦੋਂ ਉਸ ਗੱਡੀ ਦੀ ਗੱਲ ਹੋਈ ਕਿ ਚਲੋ 3 ਗੱਡੀਆਂ ਮੰਦਿਰ ਕੋਲ ਹੈਗੀਆਂ, ਇੱਕ ਗੱਡੀ ਵੇਚ ਲੈਂਦੇ ਆ ਕਿ ਅਸੀਂ ਰਜਿਸਟਰੀ ਕਰਾਈਏ ਕਿਸੇ ਪਾਸੇ ਲੱਗੀਏ, ਤਾਂ ਕਹਿੰਦੇ ਕਿ ਗੱਡੀ ਤਾਂ ਮੇਰੇ ਨਾਂ 'ਤੇ। ਇਹ ਸੁਣ ਕੇ ਤਾਂ ਮਤਲਬ ਇਹ ਤੁਸੀਂ ਲਗਾ ਲਓ ਕਿ ਸਾਰਿਆਂ ਦੇ ਮਤਲਬ ਹਾਓ ਭਾਓ ਹੀ ਉੜ ਗਏ, ਕਿਉਂਕਿ ਭਗਤ ਜੀ ਨੇ ਆਪਣੇ ਜੀਂਦੇ ਜੀ ਤਾਂ ਗੱਡੀ ਨਾਮ ਹੀ ਨਹੀਂ ਕਰਵਾਈ ਉਹਨਾਂ ਦੇ। ਫਿਰ ਜਦੋਂ ਸਾਰੀ ਕਮੇਟੀ ਨੇ ਬਹਿ ਕੇ ਫੈਸਲਾ ਕੀਤਾ ਕਿ ਅਸੀਂ ਇਸ ਚੀਜ਼ ਦੀ ਜਾਂਚ ਪੜਤਾਲ ਕਰੀਏ, ਉਹਦੇ ਸਾਡੇ ਕੋਲ ਸਾਰੇ ਮਤੇ ਪਏ ਹੋਏ ਆ। ਮੀਟਿੰਗਾਂ ਬੁਲਾਈਆਂ ਗਈਆਂ, ਮੀਟਿੰਗਾਂ 'ਤੇ ਨਹੀਂ ਆਉਂਦੇ ਸੀ, ਕਹਿੰਦੇ ਸੀ ਮੈਂ ਮੀਟਿੰਗ ਨਹੀਂ ਕਰਨੀ, ਕਮੇਟੀ ਮੈਨੂੰ ਹਿਸਾਬ ਦੇਵੇ, ਮੈਂ ਕਮੇਟੀ ਨੂੰ ਹਿਸਾਬ ਨਹੀਂ ਦੇਣਾ ਕਿ ਮੈਂ ਤੁਹਾਡੇ ਨਾਲ ਮੇਰੇ ਤੋਂ ਪੈਸੇ ਨਾ ਮੰਗੋ। ਜਦੋਂ ਮੇਲੇ ਤੋਂ ਪਹਿਲੇ ਇੱਕ ਵਾਰੀ ਪੈਸਿਆਂ ਦੀ ਗੱਲ ਹੋਈ ਤਾਂ ਇਹਨਾਂ ਨੇ ਤਖਤੀ ਪਾ ਲਈ ਗਲੇ ਦੇ ਵਿੱਚ, ਮਰਨ ਵਰਤ 'ਤੇ ਬਹਿ ਗਏ ਕਿ ਮੈਂ ਤੁਹਾਡਾ ਸਾਰੇ ਕਮੇਟੀ ਮੈਂਬਰਾਂ ਦਾ ਨਾਮ ਲੈ ਕੇ ਮਰਨ ਵਰਤ 'ਤੇ ਬਹਿ ਗਿਆ। ਉਹਦੀ ਸਾਡੇ ਕੋਲ ਬਾਅਦ 'ਚੋਂ ਵੀਡੀਓ ਪਈ ਆ। ਜਦੋਂ ਅਸੀਂ ਇਹਨਾਂ ਨੂੰ ਮਨਾ ਲਿਆ ਤਾਂ ਇਹਨਾਂ ਨੇ ਆਪ ਵੀਡੀਓ 'ਤੇ ਕਿਹਾ ਕਿ ਠੀਕ ਹੈ ਜੀ ਹੁਣ ਮੈਂ ਮਨਵਰ ਤੋਂ ਉੱਠ ਗਿਆ, ਕਮੇਟੀ ਨੇ ਮੇਰੀਆਂ ਸਾਰੀਆਂ ਮੰਗਾਂ ਮੰਨ ਲਈਆਂ। ਮਤਲਬ ਜਦ ਤੱਕ ਅਸੀਂ ਪੈਸੇ ਦਾ ਹਿਸਾਬ ਨਾ ਮੰਗੀਏ ਠੀਕ ਆ, ਜਦ ਤੱਕ ਅਸੀਂ ਇਹਨਾਂ ਨੂੰ ਜੋ ਇਹ ਚਾਹੁੰਦੇ ਕਰਦੇ ਰਹਿਣ ਉਹ ਠੀਕ ਆ। 365 ਦਿਨਾਂ ਦੇ ਵਿੱਚੋਂ ਤੁਸੀਂ ਪਿੰਡ ਦੇ ਵਿੱਚ ਕਿਸੇ ਤੋਂ ਵੀ ਪੁੱਛ ਸਕਦੇ ਆ, ਬਾਬਾ ਜੀ 30 ਤੋਂ 35 ਦਿਨ ਵੀ ਸਾਲ ਦੇ ਵਿੱਚ ਮੁਸ਼ਕਿਲ ਨਾਲ ਮੰਦਿਰ ਦੇ ਵਿੱਚ ਰਹਿੰਦੇ ਸੀ। ਸੋ ਮੰਦਿਰ ਦੀ ਸੇਵਾ ਬਾਕੀ ਦਿਨ ਟੂਰ 'ਤੇ ਜੀ ਨਕੋਦਰ ਜ਼ਿਆਦਾਤਰ ਬੇਸਿਕਲੀ ਹਰੀਪੁਰ ਦੇ ਨੇ। ਹਰੀਪੁਰ ਇਹਨਾਂ ਦਾ ਪਿੰਡ ਆ ਜੀ, ਬੇਸਿਕਲੀ ਹਰੀਪੁਰ ਪਿੰਡ ਆਪਣੇ ਜਾਂ ਨਕੋਦਰ ਡੇਰਾ ਜੀ, ਉੱਥੇ ਗਊਸ਼ਾਲਾ ਦੇ ਵਿੱਚ, ਗਊਸ਼ਾਲਾ ਵੀ ਭਗਤ ਚੰਦਰ ਕਿਸ਼ੋਰ ਜੀ ਦੇ ਨਾਂ 'ਤੇ ਉੱਥੇ ਬਣਾਈ ਗਈ ਆ। ਉਹ ਗਊਸ਼ਾਲਾ 'ਚ ਜਾਂ ਟੂਰ ਦੇ ਉੱਤੇ ਕਦੀ ਕਿ ਮੈਂ ਜਾ ਰਿਹਾ ਟੂਰ 'ਤੇ ਹਰਿਦੁਆਰ ਜਾ ਰਿਹਾ ਕਿਤੇ ਵੀ ਜਾ ਰਿਹਾ, ਸਾਨੂੰ ਫੋਨ ਆ ਜਾਂਦਾ ਸੀ ਕਿ ਮੈਂ ਜਾ ਰਿਹਾ, ਹੁਣ ਮੈਂ ਮਹੀਨਾ ਇੱਕ ਨਹੀਂ ਆਉਣਾ, 2 ਮਹੀਨੇ ਨਹੀਂ ਆਉਣਾ।
ਚਲੋ ਫਿਰ ਜਦੋਂ ਗੱਡੀ ਦੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਕੋ ਗਏ ਕਿ ਸਾਨੂੰ ਇਹ ਦੋ ਤਿੰਨ ਚੀਜ਼ਾਂ ਦਾ ਡਾਊਟ ਆ। ਕਮੇਟੀ ਨੇ ਫੈਸਲਾ ਕੀਤਾ, ਸਾਡੇ ਨੀਟੂ ਸ਼ਰਮਾ ਜੀ ਹੈ ਵਾਈਸ ਪ੍ਰੈਜ਼ੀਡੈਂਟ ਆ, ਇਹਨਾਂ ਤੋਂ ਅਸੀਂ ਇੱਕ ਦਰਖਾਸਤ ਐਸਐਸਪੀ ਸਾਹਿਬ ਨੂੰ ਮਾਨਯੋਗ ਐਸਐਸਪੀ ਸਾਹਿਬ ਨੂੰ ਦਵਾਈ ਕਿ ਕਮੇਟੀ ਦਾ ਦੇਖੋ ਜੀ ਇਹ ਕਿਸੇ ਦਾ ਵਿਅਕਤੀ ਵਿਸ਼ੇਸ਼ ਦਾ ਪੈਸਾ ਨਹੀਂ ਹੈ ਕਿ ਅਸੀਂ ਕਿਸੇ ਪਾਰਟਿਕੂਲਰ ਬੰਦੇ ਨੂੰ ਅੱਗੇ ਕਰੀਏ। ਇਹ ਸੰਗਤ ਦਾ ਪੈਸਾ ਹੈ ਤੇ ਸੰਗਤ ਦੇ ਉੱਤੇ ਹੀ ਲੱਗਣਾ ਚਾਹੀਦਾ। ਇਹੀ ਸਾਡੀ ਲੜਾਈ ਸੀ। ਜਦੋਂ ਐਸਐਸਪੀ ਸਾਹਿਬ ਨੂੰ ਅਸੀਂ ਦਿੱਤੀ ਦਰਖਾਸਤ ਤੇ ਉਹਨਾਂ ਨੇ ਡਿਪਟੀ ਸਾਹਿਬ ਦੀ ਡਿਊਟੀ ਲਗਾਈ ਤੇ ਉਹਨਾਂ ਨੇ ਜੋ ਸਾਡੇ ਤੋਂ ਡਾਕੂਮੈਂਟੇਸ਼ਨ ਮੰਗੀ ਅਸੀਂ ਉਹਨਾਂ ਨੂੰ ਦੇ ਦਿੱਤੀ। ਜਦੋਂ ਪਹਿਲੀ ਤਰੀਕ ਤੇ ਬਾਬਾ ਜੀ ਨੂੰ ਬੁਲਾਇਆ ਗਿਆ ਕਿ ਸਿਟਿੰਗ ਦੇ ਵਿੱਚ ਕਿ ਬਾਬਾ ਜੀ ਆਹ ਦਰਖਾਸਤ ਤੁਹਾਡੇ ਖਿਲਾਫ ਆ, ਤਾਂ ਉਹ ਕਹਿੰਦੇ ਕਿ ਗੱਡੀ ਮੇਰੇ ਨਾਂ ਤੇ ਆ ਤੇ ਮੇਰੇ ਕੋਲ ਪ੍ਰੂਫ ਆ ਸਾਰੇ। ਚਲੋ ਉਹਨਾਂ ਨੇ ਡੇਟ ਪਾ ਦਿੱਤੀ ਕਿ ਤੁਸੀਂ ਪ੍ਰੂਫ ਆਪਣੇ ਲੈ ਕੇ ਆਓ ਕਿ ਗੱਡੀ ਤੁਹਾਡੇ ਨਾਂ ਤੇ ਕਿੱਦਾਂ ਹੋ ਗਈ ਆ। ਤੇ ਇਨ ਬਿਟਵੀਨ ਇਹਨਾਂ ਨੇ ਜੀ ਸਾਡੇ ਜਿਹੜੇ ਹੈੱਡ ਕੈਸ਼ੀਅਰ ਹਰਿੰਦਰ ਜੈਰਾ ਜੀ ਆ ਉਹਨਾਂ ਦੇ ਉੱਤੇ ਜਾਤੀ ਸੂਚਕ ਦੀ ਦਰਖਾਸਤ ਦੇ ਦਿੱਤੀ, ਸਿਰਫ ਸਾਡੀ ਦਰਖਾਸਤ ਨੂੰ ਕਾਊਂਟਰ ਕਰਨ ਲਈ ਕਿ ਤੁਸੀਂ ਇੱਕ ਦਰਖਾਸਤ ਦਿੱਤੀ, ਇੱਕ ਦਰਖਾਸਤ ਮੈਂ ਦੇ ਦਿੰਦਾ। ਤੇ ਜਦੋਂ ਸਾਨੂੰ ਫੇਰ ਫੋਨ ਆਇਆ ਡਿਪਟੀ ਸਾਹਿਬ ਦਾ ਕਿ ਇੱਧਰ ਹਰੀਸ਼ ਜੈ ਕੁਮਾਰ ਜੀ ਆ ਸਾਡੇ ਹੈੱਡ ਕੈਸ਼ੀਅਰ ਕਿ ਉਹਨਾਂ ਨੇ ਬਾਬਾ ਜੀ ਨੂੰ ਅਪਸ਼ਬਦ ਬੋਲੇ ਗਏ ਨੇ, ਤਾਂ ਸਾਨੂੰ ਬੜੀ ਹੈਰਾਨੀ ਹੋਈ ਸੁਣ ਕੇ ਕਿ ਜਿਸ ਬੰਦੇ ਨੂੰ ਇੰਨੀ ਇੱਜ਼ਤ ਮਾਣ ਸਭ ਕੁਝ ਸਤਿਕਾਰ ਬਖਸ਼ਦਾ, ਜਦੋਂ ਇੱਕ ਸਾਧੂ ਬਣ ਗਿਆ ਤੇ ਸਾਧੂ ਦੀ ਜਾਤ ਉਹਦੇ ਵਿੱਚ ਕਿਤੇ ਮੈਨੂੰ ਨਹੀਂ ਲੱਗਦਾ ਕਿ ਜਾਤ ਕਿਤੇ ਆਉਂਦੀ ਹੈ, ਬਟ ਇਹਨਾਂ ਨੇ ਉਸ ਚੀਜ਼ ਨੂੰ ਲੈ ਕੇ ਆਏ। ਅਸੀਂ ਗਏ, ਅਸੀਂ ਆਪਣੀ ਸਫਾਈ ਦਿੱਤੀ ਕਿ ਸਾਨੂੰ ਦੱਸਿਆ ਜਾਵੇ ਕਿ ਇਹਦੇ ਸਾਹਮਣੇ ਕੋਈ ਗਵਾਹ, ਤਾਂ ਇਹਨਾਂ ਨੇ ਜੀ ਨਕੋਦਰ ਤੋਂ 3-4 ਬੰਦਿਆਂ ਦੀ ਗਵਾਹੀ ਪਵਾਈ ਤੇ ਸਾਨੂੰ ਉਸ ਦਿਨ ਵਕੂਹਾ ਬਣਾਇਆ ਜੀ 25 ਨਵੰਬਰ ਦਾ, ਜਦਕਿ ਸਾਡੀ ਦਰਖਾਸਤ ਗਈ ਹੈ ਦਸੰਬਰ ਦੇ ਵਿੱਚ, ਇਹਨਾਂ ਨੇ ਆਪਣੀ ਦਰਖਾਸਤ ਦੇ ਦਿੱਤੀ ਜਨਵਰੀ 'ਚ। ਅਸੀਂ ਡਿਪਟੀ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਡਿਪਟੀ ਸਾਹਿਬ ਇਹ ਬੰਦੇ ਜਿਹੜੇ ਝੂਠੀ ਗਵਾਹੀ ਦੇ ਰਹੇ ਆ, ਕਿਰਪਾ ਕਰਕੇ ਉਸ ਦਿਨ ਦੀ ਇਹਨਾਂ ਦੀ ਲੋਕੇਸ਼ਨ ਕਢਵਾਈ ਜਾਵੇ। ਜਦੋਂ ਲੋਕੇਸ਼ਨ ਕਢਵਾਈ ਤਾਂ ਉਹ ਨਕੋਦਰ ਦੀ ਆਈ। ਫਿਰ ਉਹ ਗਵਾਹਾਂ ਨੇ ਕਿਹਾ ਜੀ ਕਿ ਅਸੀਂ ਉਸ ਦਿਨ ਮੋਬਾਈਲ ਘਰ ਛੱਡ ਕੇ ਆਏ ਸੀਗੇ, ਮਤਲਬ ਇੱਕ ਝੂਠੀ ਗਵਾਹੀ ਨਾਲ ਦੂਜੀ ਝੂਠੀ ਗਵਾਹੀ। ਸਾਡੇ ਤੋਂ ਉਹਨਾਂ ਨੇ ਪਿੰਡ ਦਾ ਪੁੱਛਿਆ ਤੇ ਪਿੰਡ ਤੋਂ ਉਹਨਾਂ ਨੂੰ ਇਹੀ ਰਿਸਪੌਂਸ ਮਿਲਿਆ ਕਿ ਮੰਦਿਰ ਦੇ ਵਿੱਚ ਇੱਦਾਂ ਦੀ ਅੱਜ ਤੱਕ ਕੋਈ ਗੱਲ ਨਹੀਂ ਹੋਈ। ਬਜਵਾੜਾ ਜਿਹੜਾ ਜੀ ਉੱਥੇ 9000 ਵੋਟ ਆ, ਜਿਹਦੇ ਵਿੱਚੋਂ ਅਪਰੋਕਸੀਮੇਟ 7000 ਵੋਟ ਐਸਸੀ ਭਾਈਚਾਰੇ ਦੀ ਆ, ਤੇ ਅੱਜ ਤੱਕ ਕਦੀ ਉਹ ਕਹਿੰਦੇ ਕਿ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਸਾਡੇ ਮੌਕੇ ਦੇ 3 ਤੋਂ 4 ਜਿਹੜੇ ਪੰਚ ਮੈਂਬਰ ਹੈਗੇ ਉਹ ਵੀ ਐਸਸੀ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ, ਸਾਡੇ ਨਾਲ ਨੇ। ਉਹ ਸਾਰੇ ਕਮੇਟੀ ਮੈਂਬਰ ਇਕਜੁੱਟ ਨੇ ਜੀ। ਸਿਰਫ ਬਾਬਾ ਜੀ ਦੀ ਇੱਕੋ ਹੀ ਰਹਿੰਦੀ ਹੈ ਕਿ ਕਮੇਟੀ ਮੈਂਬਰ ਗਲਤ ਨੇ, ਜਿਹੜਾ ਕਮੇਟੀ ਮੈਂਬਰ ਆ ਸਾਥ ਦਿੰਦਾ ਉਹ ਗਲਤ ਆ, ਬਾਬਾ ਜੀ ਸਹੀ ਆ। ਜਦੋਂ ਹਿਸਾਬ ਪੁੱਛ ਲਓ ਬਾਬਾ ਜੀ ਨੇ ਟੋਟਲ ਜਿਹੜਾ ਘੁਟਾਲਾ ਕਿੰਨਾ ਇਹਦਾ ਕੀਤਾ? ਦੇਖੋ ਜੀ 14 ਲੱਖ ਦੀ ਗੱਡੀ ਆ ਉਹ ਰਿਕਵਰ ਹੋ ਚੁੱਕੀ ਆ। 8 ਲੱਖ ਦੇ ਉਹ ਪ੍ਰੂਫ ਸਾਡੇ ਕੋਲ ਰਿਟਨ ਆ ਜਿਹੜੇ ਉਹਨਾਂ ਨੇ ਬੈਂਕ ਚੋਂ ਕਢਾਏ ਸੀਗੇ। ਤੇ ਮੇਲੇ ਦਾ ਪੈਸਾ ਉਹਦਾ ਰਿਕਾਰਡ ਨਹੀਂ ਆ, ਔਨ ਰਿਕਾਰਡ ਨਹੀਂ ਹੋ ਸਕਦਾ ਕਿਉਂਕਿ ਉਹ ਬਾਈ ਹੈਂਡ ਅਸੀਂ ਪਕੜਾਏ ਸੀ। ਟੋਟਲ ਅਪਰੋਕਸੀਮੇਟ 50 ਤੋਂ 52 ਲੱਖ ਰੁਪਏ ਤੱਕ ਬਣਾ। ਤੇ ਹੁਣ ਤੁਸੀਂ ਜਿਹੜੀ ਐਪਲੀਕੇਸ਼ਨ ਥਾਣੇ ਦਿੱਤੀ ਹੈ ਦੇਖੋ ਉਹ ਸਿਰ ਪੈਸੇ ਰਿਕਵਰ ਕਰਨ ਵਾਸਤੇ ਦਿੱਤੀ ਹੈ ਜਾਂ ਨਹੀਂ? ਗੱਡੀ ਸਰ ਉਹਦੇ ਵਿੱਚ ਦੇਖੋ ਜੀ ਅਸੀਂ ਗੱਡੀ ਦੀ ਰਿਕਵਰੀ ਤੇ ਪੈਸੇ ਦੀ ਰਿਕਵਰੀ ਪਾ ਸਕਦੇ ਸੀ, ਉਹ ਅਸੀਂ ਪਾਈ ਆ। ਉਹਦੇ ਖਿਲਾਫ 5 ਮਹੀਨੇ ਲੱਗਣ ਤੋਂ ਬਾਅਦ 6ਵੇਂ ਮਹੀਨੇ 2022 5ਵੇਂ ਮਹੀਨੇ ਜਦੋਂ FIR ਲਾਂਚ ਹੋਈ ਹੈ ਜੀ 420 465 6871 ਦੇ ਤਹਿਤ ਉਹਨਾਂ ਤੇ ਮੁਕੱਦਮਾ ਦਰਜ ਹੋਇਆ। ਉਸ ਦਿਨ ਤੋਂ ਬਾਬਾ ਜੀ ਫਰਾਰ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਸੈਸ਼ਨ ਕੋਰਟ ਲਗਾਈ। ਸੈਸ਼ਨ ਕੋਰਟ ਤੋਂ ਇੰਟਰਮ ਬੇਲ ਮਿਲਣ ਤੇ ਉਹ 1-2 ਵਾਰੀ ਮੰਦਿਰ ਆਏ ਆ, ਲੜਨ ਦੇ ਤਰੀਕੇ ਨਾਲ ਆਏ ਆ। ਚਲੋ ਅਸੀਂ ਨਹੀਂ ਕਿਸੇ ਨੇ, ਕਿਉਂਕਿ ਅਸੀਂ ਸਾਰੇ ਕੰਮਕਾਰ ਵਾਲੇ ਬੰਦੇ ਆ ਜੀ, ਬੱਚੇ ਬਾਲ ਬੱਚਿਆਂ ਵਾਲੇ, ਅਸੀਂ ਲੜਨ ਦੇ ਵਿੱਚ ਬਿਲੀਵ ਨਹੀਂ ਕਰਦੇ। ਪਰਮਾਤਮਾ ਸਭ ਕੁਝ ਕਰਦਾ। ਉਹਨਾਂ ਦੀ ਇੱਥੋਂ ਇੰਟਰਮ ਬੇਲ ਰਿਜੈਕਟ ਹੋ ਗਈ। ਜਦੋਂ ਉਹਨਾਂ ਨੇ ਹਾਈ ਕੋਰਟ ਬੇਲ ਲਗਾਈ ਉੱਥੋਂ ਪਹਿਲੇ ਦਿਨ ਰਿਜੈਕਟ ਹੋ ਗਈ। ਦੁਬਾਰਾ ਬੇਲ ਲਗਾਉਣ ਤੇ ਉਹਨਾਂ ਨੂੰ ਕੰਡੀਸ਼ਨਲ ਬੇਲ ਮਿਲ ਗਈ, ਕੱਚੀ ਬੇਲ। ਉਸ ਦੌਰ ਹਾਂਜੀ ਜਿਹੜੇ ਬਾਬਾ ਜੀ ਹੈ ਹੁਣ ਤੁਹਾਡੇ ਕਿੱਥੇ ਡੇਰੇ ਰਹਿੰਦੇ ਤੇ ਕਿਤੇ ਹੋਰ? ਨਹੀਂ, ਬਾਬਾ ਜੀ ਤਾਂ ਜੀ ਮੈਂ ਤੁਹਾਨੂੰ ਪਹਿਲੇ ਵੀ ਮੈਂਸ਼ਨ ਕੀਤਾ, ਪਹਿਲੇ ਵੀ ਇੱਥੇ ਨਹੀਂ ਰਹਿੰਦੇ ਸੀ, ਬਟ ਜਦੋਂ ਦੇ ਲੜਾਈ ਝਗੜਾ ਚੱਲ ਰਿਹਾ ਉਦੋਂ ਦਾ ਤਾਂ ਉਹ ਸਭ ਕੁਝ ਸਮਾਨ ਆਪਣਾ ਚੱਕ ਕੇ ਪੈਕ ਕਰਕੇ ਪਹਿਲੇ ਹੀ ਫਰਾਰ ਹੋ ਚੁੱਕੇ ਨੇ। ਪੁਲਿਸ ਉਹਨਾਂ ਦੇ ਘਰ ਵੀ ਗਈ ਜੀ, ਜਦੋਂ ਅਰੈਸਟ ਦੇ ਵਾਰੰਟ ਜਾਰੀ ਹੋਏ ਸੀ ਪੁਲਿਸ ਉਹਨਾਂ ਦੇ ਘਰ ਵੀ ਗਈ, ਉਹ ਘਰ ਨਹੀਂ ਮਿਲੀ। ਗਊਸ਼ਾਲਾ ਗਏ ਅਸੀਂ, ਉੱਥੇ ਵੀ ਨਹੀਂ ਮਿਲੇ। ਬਟ ਇੰਟਰਮ ਬੇਲ ਦੇ ਉੱਤੇ ਹੁਣ ਜ਼ਰੂਰ ਅਸੀਂ 19 ਤਰੀਕ ਦਾ ਮੇਲਾ ਰੱਖਿਆ ਸੀਗਾ ਜੀ। 19 ਤਰੀਕ ਦੇ ਮੇਲੇ ਤੋਂ ਪਹਿਲੇ 2-3 ਵਾਰੀ ਉਹ ਆਪ ਆਏ ਨੇ, ਪੁਲਿਸ ਨੂੰ ਲੈ ਕੇ ਆਏ ਆ ਕਿ ਤੁਸੀਂ ਮੌਕਾ ਦੇਖੋ। ਅਸੀਂ ਮੌਕੇ ਦੇ ਉੱਤੇ ਸਾਰੀ ਜਗ੍ਹਾ ਦਿਖਾਈ ਆ, ਜਿਹੜੇ ਕਮਰਿਆਂ 'ਚੋਂ ਰਹਿੰਦੇ ਸੀ ਉਹ ਕਮਰੇ ਦਿਖਾਏ ਆ। ਸਾਡੇ 8 ਕੈਮਰੇ ਲੱਗੇ ਸੀਗੇ ਜੀ ਮੰਦਿਰ ਦੇ ਵਿੱਚ। ਸਿਰਫ ਇਹਨਾਂ ਚੱਕਰਾਂ ਕਰਕੇ ਅਸੀਂ 17 ਟੋਟਲ ਕੈਮਰੇ, ਇਸ ਵੇਲੇ 18 ਕੈਮਰੇ ਮੰਦਿਰ 'ਚ ਲੱਗੇ ਨੇ। ਤੁਸੀਂ ਜੇ ਕਹਿ ਰਹੇ ਕਿ ਹਨਾ ਉਹ ਇੱਥੇ ਸਾਲ ਦੇ ਵਿੱਚ 35 ਦਿਨ ਹਾਂਜੀ 30-35 ਦਿਨ ਹਾਂਜੀ। ਤੇ ਤੁਸੀਂ ਇਹ ਸਾਰੀ ਰਕਮ ਉਹਨਾਂ ਨੂੰ ਪੈਸੇ ਕਿੱਦਾਂ ਫੜਾਉਂਦੇ ਰਹੇ? ਜਦੋਂ ਮੇਲਾ ਹੁੰਦਾ ਸੀਗਾ ਜੀ, ਮੈਂ ਦੱਸਦਾ, ਮੇਲਾ ਸਾਡਾ ਅਗਸਤ ਦੇ ਵਿੱਚ ਹੁੰਦਾ ਜੀ, 3 ਦਿਨ ਦਾ ਮੇਲਾ ਹੁੰਦਾ। ਉਹਦੇ ਵਿੱਚ ਨਕੋਦਰ ਦੇ ਮਤਲਬ 90% ਤੋਂ ਕਹਿ ਲਓ 80 ਤੋਂ 90% ਜਿਹੜੇ ਸ਼ਰਧਾਲੂ ਵੀ ਆ ਜਾਂ ਜਿਹੜਾ ਫੰਡ ਹੈਗਾ ਉਹ ਨਕੋਦਰ ਤੋਂ ਆਉਂਦਾ। ਨਕੋਦਰ ਤੋਂ ਆ ਗਿਆ, ਪਲੱਸ ਜਿਹੜੇ ਆਪਣੇ ਇੱਥੇ ਦੇ ਸ਼ਰਧਾਲੂ ਹੁਸ਼ਿਆਰਪੁਰ ਦੇ, ਬਜਵਾੜੇ ਦੇ, ਲਾਗਲੇ ਪਿੰਡਾਂ ਦੇ ਆ,
ਭਾਜੀ ਹੁਣੀ ਸਾਡੇ ਭਗਤ ਚੰਦਰ ਕਿਸ਼ੋਰ ਜੀ ਦੇ ਲੜਕੇ ਵੀ ਆ ਤੇ ਬਹੁਤ ਪੁਰਾਣੇ ਮੰਦਿਰ ਦੇ ਨਾਲ ਜੁੜੇ ਆ। ਇਹ ਆਪ ਬਾਏ ਹੈਂਡ ਉਹਨਾਂ ਨੂੰ ਪੈਸੇ ਦਿੰਦੇ ਰਹੇ। ਡੈਡੀ ਹੋਣਾ ਕਰਕੇ ਮੈਂ ਉਹਨਾਂ ਲੜਕਾ ਕਰਕੇ ਮੈਨੂੰ ਸੰਗਤ ਨੇ ਕਾਫੀ ਪੈਸਾ ਦਿੱਤਾ। ਜਦੋਂ ਸਾਡੇ ਹੁੰਦਾ ਕਿ ਅਗਸਤ ਵਿੱਚ ਮੇਲਾ ਹੁੰਦਾ, ਕਿਹੜਾ ਮੇਲੇ ਦਾ ਖਰਚਾ ਹੁੰਦਾ 10-11 ਲੱਖ ਰੁਪਏ ਕੱਟ ਕੇ ਕਿਹੜਾ ਖਰਚ ਕਰਕੇ ਬਾਕੀ ਦੀ ਕਿਹੜੀ ਪੇਮੈਂਟ ਅਸੀਂ ਉਹ ਬਾਬੇ ਨੂੰ। ਤੁਸੀਂ ਕਿਹਾ ਤੁਹਾਡੀ ਆਲਰੇਡੀ ਕਮੇਟੀ ਬਣੀ ਹੈ, ਜਦੋਂ ਕਮੇਟੀ ਬਣਦੀ ਹੈ ਇੱਕ ਅਕਾਊਂਟ ਬੈਂਕ ਹਾਂਜੀ, ਚ ਮੇਨਟੇਨ ਕੀਤਾ ਬਿਲਕੁਲ, ਜਾਂਦਾ। ਬਿਲਕੁਲ। ਤੁਸੀਂ ਬਾਬਾ ਜੀ ਨੂੰ ਦੇਣ ਦੀ ਬਜਾਏ ਉਹ ਜਿਹੜੀ ਪੇਮੈਂਟ ਆ ਅਕਾਊਂਟ 'ਚ ਕਿਉਂ ਨਹੀਂ ਜਮ੍ਹਾਂ ਕਰਾਈ, ਜਿਹੜੀ ਤੁਸੀਂ ਉਹਨਾਂ ਨੂੰ ਕਿਸ ਹੱਕ ਦੇ ਉੱਤੇ ਦੇ ਦਿੱਤੀ? ਕੁਛ ਜਦ check- ਉਹਨਾਂ ਉਹ ਇੱਥੇ ਰਹਿੰਦੇ ਨਹੀਂ ਸੀਗੇ। ਕੁਝ ਚੈੱਕ ਸੀਗੇ ਅਸੀਂ ਬੈਂਕ 'ਚ ਵੀ ਪਾਏ ਸੀਗੇ, ਕੁਝ ਕੈਸ਼ ਸੀਗੇ। ਬਾਬੇ ਨੇ ਸਾਨੂੰ ਕਿਹਾ ਸੀ ਉਹਨੂੰ ਕੈਸ਼ ਦੇ ਦਿਓ, ਮੈਂ ਲੈਂਟਰ ਪਾਣਾ ਮੈਂ ਉੱਤੇ। ਲੈਂਟਰ ਪਾਣਾ, ਅਸੀਂ ਉਹਨਾਂ ਨੂੰ ਪੈਸੇ ਕੈਸ਼ ਵੀ ਦਿੱਤੇ ਆ। ਇੱਕ ਪਾਸੇ ਤੁਸੀਂ ਕਹਿ ਰਹੇ ਆ ਕਿ ਬਾਬਾ ਜੀ ਜਿਹੜੇ ਹੈਗੇ 35 ਦਿਨ ਇੱਥੇ ਰਹਿੰਦੇ ਸੀ। ਹਾਂਜੀ ਹਾਂਜੀ ਠੀਕ ਹੈ ਜੀ, ਤੇ ਬਾਕੀ ਦਿਨ ਬਾਹਰ ਰਹਿੰਦੇ ਸੀਗੇ। ਹਾਂਜੀ। ਔਰ ਜੇ ਉਹਨਾਂ ਨੇ ਉੱਥੇ ਡੇਰੇ ਤੇ ਲੈਂਟਰ ਪਾਣਾ ਸੀ, ਉਹ ਕਮੇਟੀ ਦਾ ਕੰਮ ਸੀਗਾ, ਬਾਬਾ ਜੀ ਦਾ ਤਾਂ ਕੰਮ ਹੀ ਨਹੀਂ ਸੀਗਾ। ਸਰ ਕਮੇਟੀ ਨੂੰ ਤਾਂ ਉਹ ਤਾਂ ਆਪ ਕਹਿੰਦੇ ਕਿ ਕਮੇਟੀ ਨੂੰ ਕੋਈ ਹੱਕ ਨਹੀਂ ਹੈਗਾ ਮੇਰੇ ਤੋਂ ਪੈਸੇ ਪੁੱਛਣ ਦਾ। ਮੈਂ ਦੱਸੀ ਜਾਂਦੇ ਸਰ 2 ਸਾਲ ਤੱਕ ਅਸੀਂ ਬਾਬਾ ਜੀ ਨੂੰ ਮਤਲਬ ਇਹ ਕਹਿ ਲਓ ਕਿ ਭਗਤ ਜੀ ਨੇ ਉਹਨਾਂ ਨੂੰ ਬਿਠਾਇਆ ਤੇ ਅਸੀਂ ਭਗਤ ਜੀ ਦੇ ਤੌਰ ਤੇ ਉਹਨਾਂ ਨੂੰ ਦੇਖਦੇ ਸੀਗੇ। ਮਤਲਬ ਅੱਜ ਤੱਕ ਕਦੀ ਕੋਈ ਇੱਕ ਕਹਿ ਲਓ ਕਿ ਕੋਈ 1% ਦਾ ਉਹਨਾਂ ਤੇ ਸ਼ੱਕ ਨਹੀਂ ਕਰ ਸਕਦਾ ਸੀਗਾ ਕਿ ਉਹ ਇਦਾਂ ਕਰਨਗੇ। ਕਿੰਨੇ ਸਾਲਾਂ ਤੋਂ ਇੱਥੇ ਸੀਗੇ? ਉਹ 3.5 ਸਾਲ ਹੋ ਗਏ ਜੀ ਅੱਜ ਤੱਕ। 3.5 ਸਾਲ ਦੇ ਵਿੱਚ ਤੁਹਾਡਾ ਇੰਨਾ ਉਹਨਾਂ ਤੇ ਯਕੀਨ ਹੋ ਗਿਆ ਕਿ ਤੁਸੀਂ ਨਹੀਂ, ਯਕੀਨ ਤਾਂ ਸਰ ਫਰਸਟ ਡੇ ਤੋਂ ਹੋ ਗਿਆ ਸੀ ਕਿਉਂਕਿ ਭਗਤ ਜੀ ਨੇ ਬਿਠਾਇਆ ਸੀ। ਯਕੀਨ ਫਰਸਟ ਡੇ ਤੋਂ ਸੀ, ਉਹ ਡੇ ਬਾਏ ਡੇ ਜਿਹੜਾ ਉਹਦਾ ਯਕੀਨ ਆ ਉਹ ਘਟਦਾ ਚਲਾ ਗਿਆ ਤੇ ਉਹ ਯਕੀਨ ਟੁੱਟਾ ਉਦੋਂ ਜਦੋਂ ਉਹਨਾਂ ਨੇ ਜ਼ਮੀਨ ਦੇ ਲਈ ਪੈਸੇ ਦੇਣ ਤੋਂ ਮਨਾ ਕਰਤਾ, ਗੱਡੀ ਆਪਣੇ ਨਾਂ ਤੇ ਕਰਾ ਲਈ। ਉਹ ਸਾਨੂੰ ਜਦੋਂ ਕਲੀਅਰ ਹੋਇਆ, ਪਲੱਸ ਜਦੋਂ ਸਾਡੇ ਉੱਤੇ ਉਹਨਾਂ ਦੇ ਭਗਤ ਜੀ ਜਿਨ੍ਹਾਂ ਦੇ ਉਹ ਚੇਲੇ ਨੇ, ਉਹਨਾਂ ਦੇ ਗੁਰੂ ਦੇ ਲੜਕੇ ਦੇ ਉੱਤੇ ਉਹਨਾਂ ਨੇ ਕੇਸ ਕਰਤਾ। ਉਹਨਾਂ ਨੇ ਬਾਏ ਨੇਮ ਕੇਸ ਕੀਤਾ ਹੋਇਆ ਇਹਨਾਂ ਦੇ ਚੋਰੀ ਦਾ ਪਰਚੇ ਦੇ ਵਿੱਚ। ਇਹਨਾਂ ਦਾ ਬਾਏ ਨੇਮ ਆਇਆ ਕਿ 10 ਲੱਖ ਰੁਪਈਆ ਮੇਰਾ ਸੋਨਾ, ਕੈਸ਼ ਤੇ ਅਦਰ ਅਸੈਸ ਜਿਹੜੀਆਂ ਚੀਜ਼ਾਂ ਸੀਗੀਆਂ ਉਹ 10 ਲੱਖ ਰੁਪਏ ਇਹਨਾਂ ਨੇ ਚੋਰੀ ਕੀਤੀ। ਉਹ ਸਿਰਫ ਇਹਨਾਂ ਦੇ ਇਕੱਲਿਆਂ ਦੇ ਨਾਂ ਤੇ ਆ? ਇਹਨਾਂ ਦੇ ਪਲੱਸ 5 ਜਣੇ ਹੋਰ ਆ ਜੀ, ਉਹ ਵੀ ਮਤਲਬ ਹਲਾਏ ਕਮੇਟੀ ਮੈਂਬਰਸ ਤੇ ਹੀ ਆ। ਬਾਕੀ ਉਹਨਾਂ ਨੂੰ ਅੱਧਿਆਂ ਦੇ ਨਾਂ ਨਹੀਂ ਪਤਾ ਹੋਣੇ, ਇਸ ਕਰਕੇ ਉਹ ਨਾਂ ਨਹੀਂ ਲਿਖੇ। ਜਿਨ੍ਹਾਂ ਦਾ ਨਾਮ ਜੋ ਪੁਰਾਣੇ ਜੁੜਿਆ ਜੀ 2007-8 ਦੀ ਕਮੇਟੀ ਆ, ਜਿਹੜੇ ਉਸ ਟਾਈਮ ਦੇ ਜੁੜੇ ਉਹ ਅੱਜ ਵੀ ਉਹ ਕਮੇਟੀ ਮੈਂਬਰਸ ਨੇ। ਤੇ ਇਹਨਾਂ ਦੇ ਜਦੋਂ ਬਲੇਮ ਲੱਗੇ ਉਹ ਕਿਹੜੇ ਸੰਨ ਦੀ ਗੱਲ ਹੈ? ਬਲੇਮ ਸਰ ਅਸੀਂ ਇਹਨਾਂ ਦੀ ਦਰਖਾਸਤ ਦਿੱਤੀ ਸੀਗੀ 2021 ਦੇ ਵਿੱਚ 12ਵੇਂ ਮਹੀਨੇ 26/12/2021। ਇਹ ਕਮੇਟੀ ਦੇ ਉੱਤੇ ਚੋਰੀ ਦਾ ਇਲਜ਼ਾਮ ਲੱਗਾ? ਇਹ ਤਾਂ ਸਰ ਉਹਨਾਂ ਨੇ 15-20 ਦਿਨ ਪਹਿਲੇ ਵੀ ਲਗਾਇਆ ਜੀ ਇੱਕ ਕਿ ਮੈਂ ਪਹਿਲਾਂ ਕਦੋਂ ਲੱਗਾ ਸੀਗਾ? ਨਹੀਂ, ਉਸ ਤੋਂ ਪਹਿਲਾਂ ਨਹੀਂ, ਜਦੋਂ ਅਸੀਂ ਦਰਖਾਸਤ ਦਿੱਤੀ ਸਾਡੀ ਦਰਖਾਸਤ ਤੋਂ ਬਾਅਦ ਜਿਹੜਾ ਸਭ ਤੋਂ ਪਹਿਲੀ FIR ਉਹਨਾਂ ਨੇ ਦਰਖਾਸਤ ਦਿੱਤੀ ਉਹ ਦਿੱਤੀ ਜਾਤੀ ਸੂਚਕ ਦੀ। ਦੂਸਰੀ ਦਰਖਾਸਤ ਉਹਨਾਂ ਨੇ ਦਿੱਤੀ ਮੇਰੇ ਤੋਂ ਜਿਹੜਾ ਸਿਮ ਨੰਬਰ ਚੋਰੀ ਕਰ ਲਿਆ ਇਹਨਾਂ ਨੇ, ਜਦ ਕਿ ਉਹ ਸਿਮ ਵੀ ਭਗਤ ਜੀ ਦੇ ਨਾਂ ਤੇ ਚੱਲਦਾ ਰਿਹਾ ਸੀ। ਬਕਾਇਦਾ ਅਸੀਂ ਮਤਾ ਪਾਇਆ, ਉਹ ਸਿਮ ਭਗਤ ਜੀ ਦੇ ਨਾਂ ਤੋਂ ਅਸੀਂ ਮੌਜੂਦਾ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੇ ਨਾਂ ਤੇ ਕਰਾਇਆ। ਇਹਨਾਂ ਨੇ ਉਹ ਵੀ ਐਲੀਗੇਸ਼ਨ ਚੱਕਿਆ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਚੋਰੀ ਦਾ ਪਰਚਾ ਲਾਤਾ। ਉਸ ਤੋਂ ਬਾਅਦ ਚੋਰੀ ਦਾ ਪਰਚਾ ਇੱਕ ਨਹੀਂ ਜੀ, ਇੱਕ ਦਿੱਤਾ SSP ਸਾਹਿਬ ਦੇ। ਜਦੋਂ ਉਹਨਾਂ ਨੇ SHO ਸਾਹਿਬ ਨੂੰ ਪੁੱਛਿਆ, SHO ਸਾਹਿਬ ਪੁਰਾਣੇ ਮਤਲਬ ਹਰੀਪੁਰ ਵੀ ਉਹ ਜੌਬ ਕਰਕੇ ਆਏ ਹੋਏ ਨੇ। ਇਹਨਾਂ ਨੇ ਬਾਬਾ ਜੀ ਨੇ ਆਪਣੀ ਨੌਂ ਦੇ ਉੱਤੇ ਵੀ ਚੋਰੀ ਦਾ ਇਲਜ਼ਾਮ ਲਗਾਇਆ ਸੀਗਾ ਪਿਛਲੇ ਸਾਲ। ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਕੁਝ ਨਹੀਂ ਚਾਹੁੰਦੇ ਜੀ। ਅਸੀਂ ਇਸ ਵੇਲੇ ਕੀ ਹੈ ਜੀ, ਪਬਲਿਕ ਨੂੰ ਕੱਲੇ ਦੱਸਣ ਦੀ ਕਿ ਅਸੀਂ ਇਦਾਂ ਹੋਇਆ, ਸਾਡੇ ਨਾਲ ਇਦਾਂ ਹੋਇਆ ਬਹੁਤ ਟਾਈਮ ਲੱਗ ਜਾਣਾ। ਤਦ ਤੱਕ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਸੰਗਤ ਹੈਗੀ ਸਾਡੇ ਨਾਲ ਨਾਰਾਜ਼ ਹੋਊਗੀ, ਕਿਸੇ ਤੋਂ ਪਤਾ ਲੱਗੂਗਾ। ਰਿਊਮਰਸ ਨੂੰ ਖਤਮ ਕਰਨ ਲਈ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ। ਜਾਤੀਵਾਦਕ ਜਾਂ ਜਾਤੀ ਸੂਚਕ ਨਾਚ ਤਾਂ ਕਿਸੇ ਨੇ ਸ਼ਬਦ ਬੋਲਿਆ, ਕਿਉਂਕਿ ਮੰਦਿਰ ਦੇ ਵਿੱਚ ਜਾਤੀ ਨਹੀਂ ਹੁੰਦੀ ਕੋਈ ਵੀ। ਮੰਦਿਰ 24 ਘੰਟੇ ਬਜਵਾੜੇ ਲਈ ਖੁੱਲ੍ਹਾ ਜੀ, ਮੰਦਿਰ 24 ਘੰਟੇ ਆਲੇ ਦੁਆਲੇ ਲਈ ਖੁੱਲ੍ਹਾ, ਮੰਦਿਰ 24 ਘੰਟੇ ਨਗੋਦਰੀਆਂ ਲਈ ਖੁੱਲ੍ਹਿਆ। ਕਿਸੇ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ, ਪਿੰਡ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ। ਇਸ ਵੇਲੇ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਆ ਜੀ, ਨਾ ਉਹਨਾਂ ਕੋਲ ਕੋਈ ਸਫਾਈ ਆ, ਨਾ ਉਹਨਾਂ ਕੋਲ ਕੋਈ ਸਬੂਤ ਆ। ਸਿਰਫ ਇੱਕ ਗੱਲ ਆ ਜੀ ਕਿ ਉਹ ਬਾਬਾ ਜੀ ਹੁਣ ਸਾਰਿਆਂ ਨੂੰ ਇਹ ਜਾ ਕੇ ਮੈਸੇਜ ਦੇ ਰਹੇ ਕਿ ਮੈਂ ਬਾਲਮੀਕ ਸਮਾਜ ਤੋਂ, ਇਸ ਕਰਕੇ ਮੇਰੇ ਨਾਲ ਧੱਕਾ ਹੋ ਰਿਹਾ। ਬਟ ਉਹ ਇਹ ਨਹੀਂ ਦੱਸਦੇ ਕਿ 3 ਸਾਲ ਮੈਨੂੰ ਸਭ ਕੁਝ ਦਿੱਤਾ, ਉਦੋਂ ਮੈਂ ਕੀ ਕੀਤਾ ਸੀਗਾ ਉਹਦਾ। ਤੁਸੀਂ ਪ੍ਰਸ਼ਾਸਨ ਤੋਂ ਵੀ ਕੋਈ ਮੰਗ ਕਰਦੇ ਹੋ? ਨਹੀਂ, ਪ੍ਰਸ਼ਾਸਨ ਤੋਂ ਨਹੀਂ ਜੀ, ਮੈਂ ਤੁਹਾਡੇ ਵੀਰਾਂ ਤੋਂ ਮੰਗ ਕਰਦਾ ਪਹਿਲੇ ਬੇਸਿਕਲੀ ਕਿ ਸਾਡਾ ਜਿਹੜਾ ਮੈਸੇਜ ਆ ਵੱਧ ਤੋਂ ਵੱਧ ਬੰਦਿਆਂ ਤੱਕ ਪਹੁੰਚਾਇਆ ਜਾਵੇ, ਤਾਂ ਕਿ ਸਾਡੇ ਪਿੰਡ ਵਾਲੇ, ਸਾਡੇ ਜਿਹੜੇ ਭਗਤ ਹੈਗੇ, ਜਿਹੜੇ ਪਬਲਿਕ ਸਾਡੇ ਨਾਲ ਜੁੜੀ ਆ, ਉਹਨਾਂ ਨੂੰ ਇਹ ਕਲੀਅਰੈਂਸ ਹੋਵੇ ਕਿ ਕਮੇਟੀ ਕਦੀ ਕਿਸੇ ਨਾਲ ਧੱਕਾ ਨਹੀਂ ਕਰਦੀ। ਕਮੇਟੀ ਮੰਦਿਰ ਦੇ ਡਿਵੈਲਪਮੈਂਟ ਲਈ ਖੜੀ ਆ। ਕਮੇਟੀ ਦਾ ਕੋਈ ਪਰਸਨਲ ਇਹਦੇ ਵਿੱਚ ਕਿਸੇ ਲਈ ਪਰਸਨਲ ਨਾ ਅੱਜ ਤੱਕ ਕਿਸੇ ਨੂੰ ਤਨਖਾਹ ਲੱਗੀ ਜੀ, ਨਾ ਕਿਸੇ ਨੂੰ ਪਰਸਨਲ ਪ੍ਰੋਫਿਟ ਆ। ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਹੁਣ ਦੇਖੋ ਜੀ ਇਸ ਵੇਲੇ ਮਾਨਨੀय ਅਦਾਲਤ ਕੋ ਇਸ ਵੇਲੇ ਸਾਡਾ ਕੇਸ ਚੱਲਦਾ ਪਿਆ। ਸਾਨੂੰ ਹੁਣ ਵੀ 2-3 ਦਿਨ ਪਹਿਲੇ ਇੱਕ ਫੋਨ ਆਇਆ, ਮੈਂ ਨਾਮ ਨਹੀਂ ਲਊਂਗਾ ਕਿਹਨਾਂ ਦਾ ਆਇਆ, ਉਹ ਵੀ ਸਾਨੂੰ ਕਹਿੰਦੇ ਜੀ ਤੁਸੀਂ ਬਾਬਾ ਜੀ ਨਾਲ ਧੱਕਾ ਕਰ ਰਹੇ ਆ, ਉਹ ਬਾਲਮੀਕੀ ਆ ਸਮਾਜ ਤੋਂ ਬਿਲੋਂਗ ਕਰਦਾ ਤਾਂ ਕਰ ਰਹੇ ਆ। ਬਟ ਅਸੀਂ ਉਹ ਸਫਾਈਆਂ ਨਹੀਂ ਦੇਣੀਆਂ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਆਓ ਸਾਡੇ ਕੋਲ ਡੇ ਬਾਏ ਡੇ ਮਤੇ ਪਏ ਆ, ਸਾਡੇ ਨਾਲ ਮੀਟਿੰਗ 'ਚ ਨਹੀਂ ਬੈਠੇ, ਸੰਗਤ ਦੇ ਨਾਲ ਨਹੀਂ ਬੈਠੇ। ਜਦੋਂ ਬੈਠੇ 2-3 ਹਰਕਤਾਂ ਕੀਤੀਆਂ, ਉਹ ਇਸ ਚੀਜ਼ ਨੂੰ ਮੰਨਦੇ ਵੀ ਆ
ਉਹ ਇਸ ਚੀਜ਼ ਨੂੰ ਮੰਨਦੇ ਆ ਕਿ ਉਸ ਵੇਲੇ ਮੈਂ ਇਦਾਂ ਕੀਤਾ ਕਿਉਂਕਿ ਇਦਾਂ ਹੋਇਆ ਸੀ, ਇਦਾਂ ਕੀਤਾ ਕਿਉਂਕਿ ਇਦਾਂ ਹੋਇਆ ਸੀ, ਬਟ ਉਹਦੇ ਵਿੱਚ ਕੋਈ ਤੱਥ ਨਹੀਂ ਆ ਜੀ। ਸਾਰੇ ਸਬੂਤ ਸਾਡੇ ਕੋਲ ਆ ਸਾਰੇ। ਹੁਣ ਇਸ ਵੇਲੇ ਜੇ ਉਹ ਕਹਿਣ ਕਿ ਇੱਕੋ ਚੀਜ਼ ਨੂੰ ਲੈ ਕੇ ਕਿ ਵਾਲਮੀਕ ਸਮਾਜ ਕਰਕੇ ਧੱਕਾ ਹੋ ਰਿਹਾ, ਤੇ ਇਦਾਂ ਬਿਲਕੁਲ ਨਹੀਂ ਹੋਇਆ। ਅੱਜ ਦੀ ਡੇਟ ਦੇ ਵਿੱਚ ਵੀ ਹੁਣ ਤੁਸੀਂ ਮੰਦਰ ਚੱਲ ਜਾਓ, ਮੈਨੂੰ ਲੱਗਦਾ 10 ਚੋਂ 9 ਬੰਦੇ ਜਿਹੜੇ ਸਾਡੇ ਐਸੀ ਭਾਈਚਾਰੇ ਨਾਲ ਬਿਲੋਂਗ ਕਰਦੇ ਸੇਵਾਦਾਰ ਆ। ਹੁਣ ਵੀ ਮੰਦਰ ਦਾ ਕੰਮ ਚੱਲਦਾ, ਅਸੀਂ ਕੋਸ਼ਿਸ਼ ਕਰੀਦੀ ਕਿ ਮੰਦਰ ਦੇ ਕੰਮ ਜ਼ਿਆਦਾ ਤੋਂ ਜ਼ਿਆਦਾ ਪਿੰਡ 'ਚ ਦਿੱਤੇ ਜਾਣ, ਕਿਉਂਕਿ ਜਦੋਂ ਤੱਕ ਪਿੰਡ ਵਾਸੀ ਸਾਡੇ ਨਾਲ ਨਹੀਂ ਜੁੜਨਗੇ ਤਾਂ ਕੋਈ ਫਾਇਦਾ ਨਹੀਂ ਹੈਗਾ ਕਿ ਅਸੀਂ ਪਬਲਿਕ ਵੈਲਫੇਅਰ ਲਈ ਕੰਮ ਕਰਨਾ। ਮੰਦਰ ਦੇ ਵਿੱਚ ਅਸੀਂ ਐਂਬੂਲੈਂਸ ਲਈ ਆ, ਉਹ ਵੀ ਪਬਲਿਕ ਲਈ ਲਈ ਆ। ਮੰਦਰ ਦੇ ਵਿੱਚ ਅਸੀਂ ਡਿਸਪੈਂਸਰੀ ਵਾਸਤੇ ਜਗ੍ਹਾ ਲਈ ਆ, ਜਿਹਦੇ ਕਰਕੇ ਇਹ ਸਾਰਾ ਇਸ਼ੂ ਹੋਇਆ, ਉਹਦੇ ਵਿੱਚ ਵੀ ਪਿੰਡ ਵਾਲਿਆਂ ਨੇ ਇਲਾਜ ਕਰਵਾਉਣਾ ਆ। ਸਾਡੀ ਸੋਚ ਤਾਂ ਇੱਥੇ ਤੱਕ ਆ ਜੀ ਕਿ ਅਸੀਂ ਪਿੰਡ ਦੇ ਵਿੱਚ 8-10 ਸਾਲ ਦੇ ਗਰੀਬ ਲੜਕੀਆਂ ਦੇ ਵਿਆਹ ਕਰਾਈਏ। ਦੇਖੋ ਜੀ, ਇਹ ਸਭ ਕੁਝ ਹੋਣਾ ਤਾਂ ਪੈਸੇ ਨਾਲ ਹੀ ਹੈ ਨਾ, ਸੰਗਤ ਦੇ ਪੈਸੇ ਨਾਲ ਹੋਣਾ। ਅਸੀਂ ਨਹੀਂ ਕਹਿੰਦੇ ਕਿ ਸੰਗਤ ਪੈਸਾ ਨਹੀਂ ਦਿੰਦੀ, ਪੈਸਾ ਬਹੁਤ ਦੇ ਰਹੀ ਹੈ, ਪੈਸਾ ਚੰਦ ਭਗਤ ਜੀ ਦੇ ਟਾਈਮ ਤੋਂ ਦੇ ਰਹੀ ਆ, ਬਟ ਉਸ ਵੇਲੇ ਉਹ ਲੱਗਦਾ ਸੀਗਾ ਨਾਲ ਦੇ ਨਾਲ। ਸਾਡੇ ਤੋਂ ਇਹ ਕੁਐਸਚਨ ਕੀਤਾ ਬਾਬਾ ਜੀ ਨੇ ਕਿ ਕਮੇਟੀ ਨੇ ਹਰੀਸ਼ ਭੱਲਾ ਜੀ ਤੋਂ ਲਿਆ ਕਦੀ ਹਿਸਾਬ, ਬਟ ਹਰੀਸ਼ ਭੱਲਾ ਜੀ ਤੋਂ ਹਿਸਾਬ ਕੀ ਲੈਣਾ, ਉਹਨਾਂ ਨੇ ਤਾਂ ਸਾਨੂੰ ਹਿਸਾਬ ਤੋਂ ਜ਼ਿਆਦਾ ਦੇ ਦਿੱਤਾ। 2 ਕਰੋੜ ਰੁਪਏ ਦੀ ਪ੍ਰਾਪਰਟੀ ਦਿੱਤੀ, 20 ਲੱਖ ਰੁਪਏ ਉਹਨਾਂ ਡੈਥ ਤੋਂ ਬਾਅਦ ਸਾਨੂੰ ਮਿਲ ਰਿਹਾ, ਜਿਹੜਾ ਕਿ ਸਾਨੂੰ ਨੌਲੇਜ ਹੀ ਨਹੀਂ ਸੀਗਾ। ਉਹ ਵੀ ਸਾਨੂੰ ਜਦੋਂ ਅਸੀਂ ਅਕਾਊਂਟ ਦੇ ਵਿੱਚ ਦੇਖਿਆ ਕਿ 10 ਲੱਖ ਰੁਪਏ ਆ ਗਿਆ, ਜਦੋਂ ਐਫਡੀ ਮੈਚਿਓਰ ਹੋ ਗਈ 9 ਲੱਖ ਰੁਪਏ ਦੇ ਸਾਨੂੰ ਬੌਂਡ ਪੇਪਰ ਮਿਲ ਗਏ। ਜਦੋਂ ਉਹ 'ਚ ਇਨਕੁਆਇਰੀ ਕੀਤੀ, ਕਹਿੰਦੇ ਜੀ ਉਹਨਾਂ ਨੇ ਇੱਕ ਕਰਾਈ ਸੀਗੀ ਬੌਂਡ ਪੇਪਰ ਸੀਗੇ, ਉਹਦਾ 9 ਲੱਖ ਰੁਪਈਆ ਆ ਗਿਆ। ਉਸ ਬੰਦੇ ਦਾ ਅਸੀਂ ਰਿਣ ਕਿੱਦਾਂ ਦੇ ਸਕਦੇ ਹਾਂ ਜਿਹਨੇ ਆਪਣੇ ਡੈਥ ਤੋਂ ਬਾਅਦ ਵੀ ਸਾਨੂੰ ਬਹੁਤ ਕੁਝ ਸਪੋਰਟ ਕੀਤਾ। ਅਸੀਂ ਨਹੀਂ ਕਹਿੰਦੇ ਕਿ ਖਾ ਗਏ ਬਾਬਾ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਜੇ ਉਹਨਾਂ ਨੇ 5 ਸਾਲਾਂ ਦੇ ਵਿੱਚ 2 ਕਰੋੜ ਰੁਪਇਆ ਲਗਾਇਆ, ਤੁਸੀਂ 4 ਸਾਲਾਂ 'ਚ 2 ਲੱਖ ਰੁਪਈਆ ਵੀ ਦੱਸ ਦਿਓ ਕਿੱਥੇ ਲਗਾਇਆ। ਸੰਗਤ ਦਾ ਪੈਸਾ ਆ, ਸੰਗਤ ਦੇ ਉੱਤੇ ਲੱਗਣਾ ਚਾਹੀਦਾ। ਸਾਡੀ ਤਾਂ ਪ੍ਰਸ਼ਾਸਨ ਤੋਂ ਵੀ ਇਹ ਡਿਮਾਂਡ ਆ ਕਿ ਜਿਹੜੇ ਸਾਨੂੰ ਹੁਣ ਦਬਾਅ ਪੈ ਰਹੇ ਆ ਕਿਸੇ ਵੀ ਗਰੁੱਪ ਦੇ ਵਿੱਚੋਂ, ਕਿਸੇ ਵੀ ਪਬਲਿਕ ਲਈ, ਸਾਨੂੰ ਮੰਦਰ ਦਾ ਜਿਹੜਾ ਕਾਰੋਬਾਰ ਆ, ਕਮੇਟੀ ਬਹੁਤ ਪੁਰਾਣੀ ਆ ਜੀ, 2007-8 ਦੀ ਕਮੇਟੀ ਆ। ਕਮੇਟੀ ਉਸ ਚੀਜ਼ ਨੂੰ ਅੱਛੀ ਤਰ੍ਹਾਂ ਚਲਾ ਸਕਦੀ ਹੈ, ਕਾਬਲ ਆ, ਤੇ ਅਸੀਂ ਪ੍ਰਸ਼ਾਸਨ ਤੋਂ ਇੱਕੋ ਮੰਗ ਕਰਦੇ ਹਾਂ ਕਿ ਸਾਨੂੰ ਇਸ ਚੀਜ਼ ਦੇ ਵਿੱਚ ਸਪੋਰਟ ਕੀਤੀ ਜਾਵੇ ਕਿ ਸਾਨੂੰ ਆ ਜਿਹੜੇ ਦਬਾਅ ਪੈ ਰਹੇ ਆ ਇਹਨਾਂ ਤੋਂ ਬਚਾਇਆ ਜਾਵੇ। ਹਾਂਜੀ, ਹੁਣ ਗੱਦੀ ਤੇ ਕੌਣ ਹੈ ਇਸ ਵੇਲੇ ਜੀ? ਇਸ ਵੇਲੇ ਤੇ ਦੇਖੋ ਜੀ, ਗੱਦੀ ਦੀ ਜਿਹੜੀ ਪਾਵਰ ਆ ਉਹ ਸੰਗਤ, ਕਿਉਂਕਿ ਕਹਿੰਦੇ ਭਗਤ ਤੋਂ ਵੱਡਾ ਸੰਗਤ ਹੁੰਦੀ ਆ। ਸੰਗਤ ਨੇ, ਕਮੇਟੀ ਨੇ, ਸਾਧੂ ਸਮਾਜ ਨੇ, ਪਿੰਡ ਦੀ ਪੰਚਾਇਤ ਨੇ ਤੇ ਆਲੇ ਦੁਆਲੇ ਦੇ ਮੋਹਤਵਾਰਾਂ ਨੇ ਰਲ ਕੇ 19 ਤਰੀਕ ਨੂੰ ਮੇਲਾ ਸੀ ਕਰਾਇਆ। 19 ਤਰੀਕ ਨੂੰ ਭਾਜੀ ਅਨਿਲ ਕੁਮਾਰ ਜੀ, ਜਿਹੜੇ ਕਿ ਆਲਰੇਡੀ ਮੁੱਖ ਸੇਵਾਦਾਰ ਸੀਗੇ, ਇਹਨਾਂ ਨੂੰ ਗੱਦੀ ਨਸ਼ੀਨ ਪੂਰੀਆਂ ਰਸਮਾਂ ਦੇ ਰਿਵਾਜਾਂ ਦੇ ਨਾਲ ਕੀਤਾ ਗਿਆ ਹੈ, ਤਾਂ ਕਿ ਮੰਦਰ ਦੀ ਜਿਹੜੀ ਤਰੱਕੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ। ਭਗਤਾਂ ਦਾ ਹਰ ਤਰ੍ਹਾਂ ਦਾ ਕੰਮ, ਹਰ ਤਰ੍ਹਾਂ ਦੀ ਤਕਲੀਫ ਸੁਣੀ ਜਾਵੇ, ਕਿਉਂਕਿ ਜਦ ਕਿਸੇ ਵੀ ਭਗਤ ਦਾ ਕੰਮ ਮੰਦਰ ਦੇ ਨਾਲ ਜੁੜ ਕੇ ਹੁੰਦਾ ਹੈ ਤਾਂ ਉਹਦੀ ਸ਼ਰਧਾ ਵੱਧਦੀ ਹੈ। ਬਟ ਇੱਥੇ ਕੀ ਹੁੰਦਾ ਸੀਗਾ, ਜਦੋਂ ਭਗਤ ਆਉਂਦੇ ਸੀ ਉਹਨਾਂ ਨੇ ਕਹਿਣਾ ਜੀ ਇੱਥੇ ਕੁਛ ਨਹੀਂ ਹੋਣਾ, ਤੁਸੀਂ ਨਕੋਦਰ ਚਲੇ ਜਾਓ। ਅਸੀਂ ਉਹ ਮੈਸੇਜ ਨੂੰ ਦੁਬਾਰਾ ਸੰਗਤ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ, ਮੰਦਰ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਆ। ਭਗਤ ਜੀ ਨੇ ਵੀਰਵਾਰ ਤੇ ਐਤਵਾਰ ਪੂਰਾ ਦਿਨ ਬਜਵਾੜਾ ਮੰਦਰ ਦੇ ਵਿੱਚ ਰਹਿਣ ਦਾ ਟਾਈਮ ਨਿਯੁਕਤ ਕੀਤਾ ਹੈ। ਤੁਸੀਂ ਕਿਸੇ ਵੇਲੇ ਵੀ ਆ ਕੇ ਉਹਨਾਂ ਨੂੰ ਮਿਲ ਸਕਦੇ ਹੋ, ਆਪਣਾ ਦੁੱਖ ਤਕਲੀਫ ਦੱਸ ਸਕਦੇ ਹੋ, ਤਾਂ ਕਿ ਅਸੀਂ ਤੁਹਾਡੀ ਹਰ ਕਿਸਮ ਨਾਲ, ਹਰ ਤਰ੍ਹਾਂ ਤਨੋਂ ਮਨੋਂ ਧਨੋਂ ਤੁਹਾਨੂੰ ਸਪੋਰਟ ਕਰ ਸਕੀਏ, ਤੁਹਾਡੀ ਹੈਲਪ ਕਰ ਸਕੀਏ, ਤੇ ਹਰ ਤਰ੍ਹਾਂ ਦਾ ਤੁਹਾਨੂੰ ਹਰ ਤਰ੍ਹਾਂ ਦਾ ਸਪੋਰਟ ਆ ਜਿਹੜਾ ਉਹ ਬਜਵਾੜੇ ਗੁੱਗਾ ਜਾਹਰਵੀਰ ਮੰਦਰ ਤੋਂ ਮਿਲੇਗਾ ਜੀ। ਇਸ ਵੇਲੇ ਗੱਦੀ ਨਸ਼ੀਨ ਬਾਬਾ ਜੀ ਅਨਿਲ ਕੁਮਾਰ ਜੈਰਤ ਜੀ ਹੈ। ਹਾਂ ਬਾਬਾ ਜੀ, ਕੀ ਨਾਮ ਤੁਹਾਡਾ? ਸਤਨਾਮ ਸਿੰਘ। ਦੱਸੋ ਕੀ ਪ੍ਰੋਬਲਮ ਕੀ ਹੈ? ਮੈਂ ਉੱਥੋਂ ਦਾ ਬਾਬਾ ਗੁੱਗਾ ਜਾਹਰਵੀਰ ਮੰਦਰ ਬਜਵਾੜਾ ਕਲਾਂ ਦਾ ਗੱਦੀ ਨਸ਼ੀਨ ਹਾਂ। ਇਹ ਗੱਦੀ ਮੈਨੂੰ ਮੇਰੇ ਤੋਂ ਪਹਿਲੇ ਗੱਦੀ ਨਸ਼ੀਨ ਸ਼੍ਰੀ ਹਰੀਸ਼ ਭੱਲਾ ਜੀ ਆਪਣੇ ਚੋਲਾ ਛੱਡਣ ਤੋਂ ਪਹਿਲਾਂ ਭਰੀ ਸੰਗਤ ਵਿੱਚ, ਭਰੇ ਮੇਲੇ ਵਿੱਚ ਲਗਭਗ 5-6 ਹਜ਼ਾਰ ਦੀ ਗੈਦਰਿੰਗ ਸੀ, ਜਿਹਦੇ ਵਿੱਚ ਮੇਰੇ ਸਿਰ ਤੇ ਪਗੜੀ ਰੱਖ ਕੇ ਮੈਨੂੰ ਗੱਦੀ ਦੇ ਕੇ ਗਏ। ਤੇ ਉਸ ਤੋਂ ਬਾਅਦ ਮੈਂ ਮੰਦਰ ਦੀ ਸੇਵਾ ਸ਼ੁਰੂ ਕਰ ਦਿੱਤੀ। ਉਹਨਾਂ ਤੋਂ ਬਾਅਦ 2 ਸਾਲ ਮੈਂ ਸੇਵਾ ਕਰਦਾ ਰਿਹਾ। 2 ਸਾਲ ਮੈਂ ਮੇਲੇ ਕਰਵਾਏ, ਤੇ ਤੀਸਰੇ ਮੇਲੇ ਵਿੱਚ ਕੁਝ ਪ੍ਰਬੰਧਕਾਂ ਨੇ ਨਜਾਇਜ਼ ਢੰਗ ਨਾਲ ਕਮੇਟੀ ਬਣਾਈ, ਹੋਰ ਕਮੇਟੀ ਬਣਾ ਲਈ। ਜਿਹੜੀ ਅਸਲ ਕਮੇਟੀ ਦਾ ਰਜਿਸਟਰ ਹੈ ਉਹ ਮੇਰੇ ਕੋਲ ਆ, ਜਿਹਦੇ ਵਿੱਚ ਸਾਡੇ ਪਹਿਲੇ ਗੁਰੂਆਂ ਦੀ ਕਮੇਟੀ ਜਦੋਂ 7-8 ਵਿੱਚ ਬਣੀ ਸੀ ਉਹ ਪ੍ਰਧਾਨ ਸੀ। ਦੂਸਰੇ ਗੁਰੂ ਹਰੀਸ਼ ਭੱਲਾ ਜੀ ਉਦੋਂ ਕਮੇਟੀ ਬਣੀ, ਉਹ ਪ੍ਰਧਾਨ ਸੀ। ਤੀਸਰਾ ਮੈਂ ਗੱਦੀ ਨਸ਼ੀਨ ਹਾਂ, ਅਤੇ ਉਸ ਕਮੇਟੀ ਦੇ ਵਿੱਚ ਮੈਂ ਹੀ ਪ੍ਰਧਾਨ ਅਤੇ ਮੈਂ ਹੀ ਗੱਦੀ ਨਸ਼ੀਨ ਹਾਂ। ਕੁਝ ਲੋਕਾਂ ਨੇ ਜਿਹੜੇ ਕਿ ਮੇਰੇ ਨਾਲ, ਮੈਂ ਐਸੀ ਬਰਾਦਰੀ ਨਾਲ ਸੰਬੰਧ ਰੱਖਦਾ ਅਤੇ ਉਹ ਜਨਰਲ ਕੈਟਾਗਰੀ ਦੇ, ਉਹਨਾਂ ਨਾਲ ਮੇਰੇ ਨਾਲ ਈਰਖਾ ਕਰਕੇ ਇੱਕ ਨਜਾਇਜ਼ ਢੰਗ ਨਾਲ ਵੱਖਰੀ ਕਮੇਟੀ ਬਣਾ ਲਈ
ਅਤੇ ਮੇਰੇ ਨਾਲ ਈਰਖਾ ਕਰਨ ਲੱਗ ਪਏ ਤੇ ਮੈਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ। ਮੇਰੇ ਕੋਲੋਂ ਉਹ ਕੁਝ ਪੈਸਿਆਂ ਦਾ ਹਿਸਾਬ ਪੁੱਛਦੇ ਆ। ਮੇਰੇ ਕੋਲ ਇੱਕ ਇੱਕ ਨਿੱਕੇ ਨਿੱਕੇ ਪੈਸੇ ਦਾ ਹਿਸਾਬ ਲਿਖਿਆ ਹੋਇਆ, ਜਿੰਨੀ ਆਮਦਨ ਆਈ, ਜਿੰਨਾ ਖਰਚਾ ਹੋਇਆ। ਪਰ ਉਹ ਮੇਰੇ ਤੋਂ ਹਿਸਾਬ ਪੁੱਛਦੇ। ਮੈਂ ਉਹਨਾਂ ਨੂੰ ਇਹ ਕਿਹਾ ਸੀ, ਮੰਦਲ ਦੀ ਗੱਡੀ ਸੀ ਇਨੋਵਾ 4795, ਜਿਹੜੀ ਹਰੀਸ਼ ਭੱਲਾ ਜੀ ਦੇ ਨਾਂ 'ਤੇ ਸੀ। ਉਸ ਤੋਂ ਉਹਨਾਂ ਨੇ ਚੋਲਾ ਛੱਡਣ ਤੋਂ ਬਾਅਦ ਉਹ ਮੇਰੇ ਨਾਲ ਟਰਾਂਸਫਰ ਹੋਣੀ ਸੀ। ਉਹਦੀ ਇੰਸ਼ੋਰੈਂਸ ਬਿਲਕੁਲ ਨੇੜੇ ਆਈ ਹੋਈ ਸੀ। ਕਮੇਟੀ ਮੈਂਬਰ ਜਿਹੜਾ ਕਮੇਟੀ ਦਾ ਖਜ਼ਾਨਚੀ ਸੀ, ਉਹਨੇ ਮੈਨੂੰ ਕਿਹਾ ਵੀ ਇੰਸ਼ੋਰੈਂਸ ਫੇ ਹੋਣੀ ਆ ਜੇ ਗੱਡੀ ਤੁਹਾਡੇ ਨਾਂ 'ਤੇ ਟਰਾਂਸਫਰ ਹੁੰਦੀ ਹੈ। ਤੇ ਮੈਂ ਕਿਹਾ ਵੀ ਕਰਾ ਲਓ। ਉਸੇ ਬੰਦੇ ਨੇ ਐਫੀਡੈਵਿਟ ਖਰੀਦੇ ਤੇ ਮੇਰੇ ਸਾਈਨ ਮੇਰੇ ਐਫੀਡੈਵਿਟ 'ਤੇ ਕਰਾ ਲਏ। ਜਿਹੜੇ ਵੇਚਣ ਵਾਲੇ ਦੇ ਹੁੰਦੇ ਸੀ, ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨੇ ਉਹ ਸਾਈਨ ਹਰੀਸ਼ ਭੱਲਾ ਜੀ ਦੇ ਲੜਕੇ ਕੋਲੋਂ ਕਰਵਾਏ, ਜਿਹੜੇ ਕਿ ਜਾਲੀ ਦਸਤਖਤ ਆ, ਜਿਸ ਦੀ ਵੀਡੀਓ ਰਿਕਾਰਡਿੰਗ ਸਾਡੇ ਕੋਲ ਪ੍ਰੂਫ ਵਜੋਂ ਮੌਜੂਦ ਆ ਕਿ ਉਹ ਬੰਦਾ ਵੀਡੀਓ ਰਿਕਾਰਡਿੰਗ 'ਚ ਮੰਨਦਾ ਕਿ ਦਸਤਖਤ ਮੈਂ ਕੀਤੇ ਆ। ਭਾਈ ਤੁਹਾਡੇ ਉੱਤੇ 50 ਲੱਖ ਰੁਪਏ ਦੇ ਗਵਰ ਦਾ ਰੋਕ ਲੱਗਿਆ ਹੈ। ਹਾਂਜੀ। ਉਹਨੂੰ ਕੀ ਕਹਿਣਾ ਚਾਹੋਗੇ ਤੁਸੀਂ? 50 ਲੱਖ ਦੇ ਵਿੱਚ ਹੀ ਉਹਨਾਂ ਨੇ ਇਹ ਕਿਹਾ ਵੀ ਇੱਕ ਸਾਹਮਣੇ ਜਗ੍ਹਾ ਖਰੀਦੀ ਆ ਪ੍ਰਾਪਰਟੀ, ਵੀ ਉਹਦੇ ਵਿੱਚ ਬਾਬੇ ਨੇ 60 ਲੱਖ ਰੁਪਏ ਦਾ ਸੌਦਾ ਕੀਤਾ, ਜਦ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਸੀ। ਮੈਂ ਉਸ ਜ਼ਮੀਨ ਵਾਲੇ ਦਾ ਕੋਈ ਸੌਦਾ ਨਹੀਂ ਕੀਤਾ। ਇਹਨਾਂ ਨੇ ਬਾਅਦ 'ਚ ਨਵੀਂ ਬਣੀ ਕਮੇਟੀ ਨੇ 42 ਲੱਖ ਦੀ ਜਗ੍ਹਾ ਖਰੀਦੀ ਆ ਤੇ ਮੇਰੇ ਕੋਲ ਜਿੰਨੀ 2-2.5 ਲੱਖ ਰੁਪਈਆ ਆਮਦਨ ਸੀ ਉਹ ਮੇਰੇ ਕੋਲ ਮੰਗਦੇ ਸੀ। ਉਹਦੇ 'ਚ ਮੈਂ ਆਪਣੇ ਕੋਲੋਂ ਤੇ ਉਹਨਾਂ ਪੈਸਿਆਂ 'ਚੋਂ ਮੰਦਰ ਦਾ ਧੂਪ ਬੱਤੀ, ਜੋਤ, ਦੇਸੀ ਘਿਓ, ਤੇਲ ਉਹਦੇ 'ਚੋਂ ਲਿਆਉਣਾ ਸੀ। ਉਹਨਾਂ ਨੇ ਇੱਕ ਤੁਹਾਡੇ ਤੇ ਹੋਰ ਵੀ ਰੋਕ ਲਗਾਇਆ। ਉਹ ਕਹਿੰਦੇ ਵੀ ਤੁਸੀਂ ਕਿੰਨੇ ਸਾਲ ਤੋਂ ਤੁਸੀਂ ਇੱਥੇ ਬੈਠੇ? ਮੈਂ ਅਗਸਤ 18 ਤੋਂ ਅਗਸਤ 18 ਤੋਂ ਬਾਅਦ ਤੁਸੀਂ ਕਿੰਨੀ ਵਾਰੀ ਡੇਰੇ ਦੇ ਕਿੰਨਾ ਕੁ ਚਿਰ ਡੇਰੇ 'ਚ ਰਹੇ ਆ? ਮੈਂ ਲਗਭਗ ਡੇਰੇ 'ਚ ਰਹਿੰਦਾ ਤੇ ਇੱਕ ਵਾਰੀ ਮੈਂ ਅਮਰਨਾਥ ਜਾਂਦਾ, 10 ਦਿਨ ਉੱਧਰ ਲੱਗਦੇ ਆ, ਤੇ ਇੱਕ ਵਾਰੀ ਜਿੱਥੇ ਗੁਰੂ ਮਹਾਰਾਜ ਦੇ ਹੁਕਮ ਹੋਣ ਤਾਂ ਮੈਂ ਤੀਰਥ ਯਾਤਰਾ 'ਤੇ ਜਾਂਦਾ। ਲਗਭਗ ਸਾਲ ਦੇ ਵਿੱਚੋਂ 30 ਦਿਨ। ਉਹ ਕਹਿੰਦੇ ਸਿਰਫ 30 ਦਿਨ ਹੀ ਤੁਸੀਂ ਡੇਰੇ ਤੇ ਮੈਂ ਰਹਿੰਦੇ ਆ। 30 ਦਿਨ ਕਿੱਥੇ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਹੈਗਾ। 30 ਦਿਨ ਮੈਂ ਬਾਹਰ ਜਾਂਦਾ ਗੁਰੂ ਦੇ ਹੁਕਮਾਂ ਨਾਲ। 10 ਦਿਨ ਅਮਰਨਾਥ, 10 ਦਿਨ ਕਿਸੇ ਤੀਰਥ ਯਾਤਰਾ ਤੇ। ਸਾਧੂ ਸੰਤ ਸਾਰੇ ਤੀਰਥ ਯਾਤਰਾ ਕਰਦੇ ਆ। ਬਾਕੀ ਮੈਂ ਸਾਰਾ ਸਮਾਂ ਕੀ ਮੰਦਰ। ਤੁਹਾਡੇ ਡੇਰੇ ਦੀ ਕਮੇਟੀ ਬਣੀ ਹੈ? ਕਮੇਟੀ ਦਾ ਰਜਿਸਟਰ ਮੇਰੇ ਕੋਲ ਹੈ। ਕੀ ਉਹਦੇ ਕਮੇਟੀ ਜਦੋਂ ਬਣਦੀ ਹੈ ਉਹਦਾ ਬੈਂਕ ਅਕਾਊਂਟ ਵੀ ਖੁੱਲਦਾ, ਕਿ ਉਹ ਅਕਾਊਂਟ ਵੀ ਹੈਗਾ? ਹਾਂਜੀ। ਇਹ ਬੈਂਕ ਅਕਾਊਂਟ ਹੈਗਾ, ਫਿਰ ਉਹ ਪੇਮੈਂਟ ਬੈਂਕ ਅਕਾਊਂਟ 'ਚ ਜਮ੍ਹਾਂ ਕਿਉਂ ਨਹੀਂ, ਤੁਹਾਡੇ ਕੋਲ ਕਿਉਂ ਦਿੱਤੀ ਜਾਂਦੀ ਹੈ? ਇਹ ਮੇਲੇ 'ਚ ਜਿਹੜੇ ਜੇ ਦਸਤੀ ਜਿਹੜੇ ਨਾ ਝੰਡਿਆਂ ਦੇ ਪੈਸੇ ਇਕੱਠੇ ਹੁੰਦੇ ਉਹ ਹੀ ਹੁੰਦੇ ਆ, ਬਾਕੀ ਅਕਾਊਂਟ 'ਚ ਜਾਂਦੇ ਆ। ਤੇ ਅਕਾਊਂਟ ਦੇ ਵਿੱਚੋਂ ਜਿਹੜੇ ਪੈਸੇ ਨਿਕਲਦੇ ਆ, 3 ਬੰਦਿਆਂ ਨੂੰ ਅਧਿਕਾਰ ਦਿੱਤੇ ਆ, ਉਹਨਾਂ 'ਚੋਂ ਕੋਈ 2 ਦੇ ਸਾਈਨਾਂ ਨਾਲ ਚੈੱਕ ਪਾਸ ਹੁੰਦਾ। ਇਹ 18 ਤੋਂ ਬਾਅਦ ਤੁਸੀਂ ਇਸ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਏ? ਹਾਂਜੀ 420 ਦਾ। ਹਾਂਜੀ। ਉਹਦੇ ਬਾਰੇ ਕੀ ਕਹੋਗੇ? ਉਹ ਗੱਡੀ ਦਾ ਜੀ, ਗੱਡੀ ਜਿਹੜੀ ਆ ਮੈਂ ਪਹਿਲਾਂ ਦੱਸ ਚੁੱਕਿਆ ਕਿ ਗੱਡੀ ਜਿਹੜੀ ਆ ਇਨੋਵਾ, ਉਹ ਗਲਤ ਸਾਈਨ ਹਰੀਸ਼ ਭੱਲਾ ਜੀ ਦੇ ਲੜਕੇ ਨੇ ਕੀਤੇ। ਉਹ ਵੀਡੀਓ ਰਿਕਾਰਡਿੰਗ ਵਿੱਚ ਮੰਨਦਾ ਵੀ ਮੈਂ ਹੀ ਕੀਤੇ ਆ। ਉਸ ਬਾਰੇ ਇਹਨਾਂ ਨੇ ਪੁਲਿਸ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ। ਅੱਜ ਪ੍ਰੈਸ ਕਾਨਫਰੰਸ ਕਰਨ ਦਾ ਕਾਰਨ ਕੀ ਹੈ? ਮੈਨੂੰ ਜੀ ਉਹ ਹੁਣ ਮੰਦਰ 'ਚ ਵੜਨ ਨਹੀਂ ਦਿੰਦੇ ਤੇ ਤੰਗ ਪਰੇਸ਼ਾਨ ਕਰਦੇ। ਤੁਸੀਂ ਸੰਤ ਸਮਾਜ ਕਿੰਨੇ ਚਿਰ ਤੋਂ ਹੋ? ਹਾਂਜੀ। 15 ਸੰਤ ਸਾਲ ਸਮਾਜ ਤੋਂ ਮੈਂ 2007 'ਚ ਪਹਿਲਾਂ ਇੱਥੇ ਆਇਆ ਸੀ। ਜੇ 9 'ਚ ਮੈਨੂੰ ਨਾਮਦਾਨ ਮਿਲਿਆ, 18 'ਚ ਮੈਨੂੰ ਗੱਦੀ ਮਿਲੀ। ਕੀ ਸੰਤ ਸਮਾਜ ਦੇ ਵਿੱਚ ਰਹਿ ਕੇ ਕੀ ਪੈਸਿਆਂ ਨਾਲ ਜਾਂ ਗੱਡੀਆਂ ਦੇ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਹੈ? ਨਹੀਂ, ਕੋਈ ਜ਼ਰੂਰੀ ਨਹੀਂ। ਤੇ ਫਿਰ ਤੁਸੀਂ ਇੱਥੇ ਮੇਰੇ 'ਚ ਕਿਉਂ ਪਏ? ਤੇ ਇੰਸ਼ੋਰੈਂਸ ਬਿਲਕੁਲ ਸਿਰ 'ਤੇ ਆਈ ਹੋਈ ਸੀ। ਗੱਡੀ ਤੇ ਇੰਸ਼ੋਰੈਂਸ ਤਾਂ ਹੋਣੀ ਸੀ ਜੇ ਗੱਡੀ ਕਿਸੇ ਦੇ ਨਾਲ ਟਰਾਂਸਫਰ ਹੁੰਦੀ, ਤਾਂ ਨਹੀਂ ਤਾਂ ਇੰਸ਼ੋਰੈਂਸ ਨਹੀਂ ਸੀ ਹੁੰਦੀ। ਅੱਛਾ, ਸੁਣਨ ਵਿੱਚ ਆਇਆ ਵੀ ਤੁਸੀਂ ਕਿਸੇ ਮਹਿਕਮੇ 'ਚੋਂ ਰਿਟਾਇਰ ਹੋ? ਮੈਂ ਰਿਟਾਇਰਡ ਪ੍ਰਿੰਸੀਪਲ ਹਾਂ, ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਡਿਸਟ੍ਰਿਕਟ ਜਲੰਧਰ ਤੋਂ ਰਿਟਾਇਰਡ ਪ੍ਰਿੰਸੀਪਲ ਹਾਂ। ਫਿਰ ਹੁਣ ਤੁਹਾਡੇ ਤੇ ਪੈਸੇ ਦਾ ਜਿਹੜਾ ਲਾ ਰਹੇ ਆ ਵੀ ਪੈਸੇ ਖਾ ਰਹੇ, ਤੁਹਾਡਾ ਪਰਿਵਾਰ ਕਿੰਨੇ ਬੱਚੇ ਆ, ਕੀ ਕਰਦੇ ਆ? ਮੇਰੇ 3 ਬੱਚੇ ਜੀ। ਵੱਡਾ ਲੜਕਾ ਮੈਨੇਜਰ, ਛੋਟਾ ਲੜਕਾ ਪੰਜਾਬ ਪੁਲਿਸ ਦੇ ਵਿੱਚ, ਬੇਟੀ ਮੇਰੀ ਜਰਮਨ ਦੇ ਵਿੱਚ ਡਾਕਟਰ ਹੈ ਤੇ ਮੈਨੂੰ 50,000 ਰੁਪਈਆ ਮਹੀਨੇ ਦੀ ਪੈਨਸ਼ਨ ਆਉਂਦੀ ਹੈ। ਤੇ ਫਿਰ ਤੁਹਾਡੇ ਤੇ ਇਲਜ਼ਾਮ ਕਿਉਂ ਲਾਏ? ਇਲਜ਼ਾਮ ਝੂਠਾ ਲਾਉਂਦੇ ਜੀ, ਬੇਬੁਨਿਆਦ, ਸਾਰੇ ਛੁੱਟੇ। ਸਿਰਫ ਮੈਨੂੰ ਬਾਹਰ ਕੱਢਣ ਲਈ। ਕੀ ਤੁਸੀਂ ਸੰਤ ਸਮਾਜ ਜੁਆਇਨ ਕਰਨ ਤੋਂ ਬਾਅਦ ਕੀ ਆਪਣੀ ਫੈਮਿਲੀ ਦੇ ਵਿੱਚ ਰਹਿੰਦੇ ਆ ਜਾਂ ਡੇਰੇ 'ਚ ਰਹਿੰਦੇ ਆ? ਡੇਰੇ 'ਚ ਡੇਰੇ 'ਚ ਇੱਕ ਦਿਨ ਜਾਣਾ ਹਰ ਵੀਰਵਾਰ ਪਿੰਡ। ਉਹ ਮੇਰੇ ਗੁਰੂ ਮਹਾਰਾਜ ਦਾ ਮੈਨੂੰ ਹੁਕਮ ਆ ਵੀ ਉਹ ਘਰ ਚਿਰਾਗ ਚੱਲਦੇ ਆ, ਤੂੰ ਵੀਰਵਾਰ ਚਿਰਾਗ ਕਰਨ ਜਾਣਾ ਵੀਰਵਾਰ। ਜੇ ਤੁਸੀਂ ਡੇਰੇ 'ਚ ਹੀ ਰਹਿੰਦੇ ਤਾਂ ਫਿਰ ਤੁਹਾਨੂੰ ਡੇਰੇ ਤੋਂ ਬਾਹਰ ਉਹਨਾਂ ਨੂੰ ਕੀ ਪਤਾ ਜਿਹੜਾ ਤੁਸੀਂ ਅੱਜ ਕਹਿੰਦੇ ਮੈਨੂੰ ਡੇਰੇ 'ਚ ਬਣੇ? ਵਨ ਉਹਨਾਂ ਨੇ ਕਮੇਟੀ ਵੱਖਰੀ ਬਣਾ ਲਈ, ਗੱਦੀ ਨਸ਼ੀਨ ਵੱਖਰਾ ਨਿਯੁਕਤ ਕਰ ਦਿੱਤਾ ਨਹੀਂ, ਕੀ ਇਹ ਬਰਾਦਰੀ ਦਾ ਕੋਈ ਬਰਾਦਰੀ ਕਰਕੇ ਜੀ। ਉਹ ਸਾਰੇ ਵਿੱਚ ਕੋਈ ਕੇਸ ਵਗੈਰਾ ਵੀ ਤੁਹਾਡੇ ਕੋਰਟ 'ਚ ਚੱਲਦੇ ਆ? ਹਾਂਜੀ। ਕੀ ਕੇਸ ਹੈਗਾ? ਮੈਂ ਕੋਰਟ ਕੇਸ ਕੀਤਾ ਇਹਨਾਂ ਦੀ ਕਮੇਟੀ ਦੇ ਖਿਲਾਫ ਕਿ ਇਹ ਕਮੇਟੀ ਜਾਲੀ ਬਣੀ ਆ ਔਰ ਮੇਰੇ ਤੋਂ ਬਿਨਾਂ ਬਣੀ ਆ। ਕਮੇਟੀ ਜਿਹੜੀ ਅਸਲ ਆ ਉਹ ਮੇਰੇ ਕੋਲ ਆ ਤੇ ਇਹਨਾਂ ਨੇ ਵਾਰੋ-ਵਾਰ ਬਣਾ ਲਈ ਕਮੇਟੀ ਤੇ ਉਹਦਾ ਕੋਰਟ ਕੇਸ ਚੱਲਦਾ। ਤੁਸੀਂ ਉਹਨਾਂ ਦੀ ਕਮੇਟੀ ਨੂੰ
ਜਾਲੀ ਕਹਿ ਰਹੇ ਹੋ, ਆਪਣੀ ਨੂੰ ਅਸਲੀ ਕਿਸ ਬੁਨਿਆਦ ਤੇ ਕਹਿ ਰਹੇ ਹੋ? ਜਿਹਦੇ ਭਗਤ ਚੰਦਰ ਕਿਸ਼ੋਰ ਜਦੋਂ ਮੰਦਿਰ ਦੀ ਸਥਾਪਨਾ ਹੋਈ ਆ, ਉਹ ਜਿਹੜੀ ਕਮੇਟੀ ਆ ਉਹ ਮੇਰੇ ਕੋਲ ਹੈ, ਉਹ ਰਜਿਸਟਰ ਵੀ ਮੇਰੇ ਕੋਲ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ? ਮੈਂ ਚਾਹੁੰਦਾ ਕਿ ਮੈਂ ਮੰਦਿਰ 'ਚ ਪ੍ਰਵੇਸ਼ ਕਰਾਂ ਤੇ ਸੇਵਾ ਕਰਾਂ। ਪੁਲਿਸ ਦਾ ਇਹਦੇ ਵਿੱਚ ਕੀ ਰੋਲ ਹੈਗਾ? ਪੁਲਿਸ ਨੇ ਜੀ ਜਿਹੜੀ ਸਾਡੀਆਂ ਦਰਖਾਸਤਾਂ ਆ ਉਹਨਾਂ ਤੇ ਕੋਈ ਗੌਰ ਨਹੀਂ ਕੀਤੀ, ਖਾਸ ਕਰ SHO ਸਦਰ ਤੇ DSP ਪ੍ਰੇਮ ਸਿੰਘ। ਇੱਕ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ ਇੱਕ ਜਿੱਦਣ ਜੀ ਮੇਰੇ ਤੇ ਪਰਚਾ ਦਰਜ ਹੋਇਆ ਨਾ, ਝੂਠਾ ਪਰਚਾ ਦਰਜ ਹੋਇਆ, ਮੈਂ ਤਾਂ ਸਾਈਨ ਕੀਤੇ ਹੀ ਨਹੀਂ। ਸਾਈਨ ਜਿਹੜੇ ਬੰਦੇ ਨੇ ਕੀਤੇ ਉਹ ਵੀਡੀਓ ਰਿਕਾਰਡਿੰਗ 'ਚ ਮੰਨਦਾ, ਉਹ ਮੈਂ ਬਿਆਨ ਦਿੱਤੇ ਆ, ਮੇਰੇ ਬਿਆਨਾਂ ਤੇ ਕਿਸੇ ਨੇ ਗੌਰ ਨਹੀਂ ਕੀਤਾ ਤੇ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ। ਉਹਦੇ ਲਈ ਤੁਸੀਂ ਦੱਸਿਆ 218 ਤੋਂ ਤੁਸੀਂ ਗੱਦੀ ਨਸ਼ੀਨ ਹੋ। ਹਾਂਜੀ। ਤੇ ਹੁਣ ਕੀ ਕਾਰਨ ਬਣਿਆ ਜਿਹੜਾ ਕਿ ਤੁਹਾਨੂੰ ਕੱਢਣਾ ਚਾਹੁੰਦੇ ਆ 3 ਸਾਲ ਬਾਅਦ? ਕੱਢ ਹੀ ਦਿੱਤਾ ਜੀ ਉਹਨਾਂ ਨੇ। ਹੁਣ ਇਹ ਚੱਲਦੇ ਕੋਰਟ ਕੇਸ ਦੇ ਵਿੱਚ, ਕੋਰਟ ਕੇਸ ਮੈਂ ਲਾਇਆ ਨਾ ਜਿਹੜਾ ਕਮੇਟੀ ਦੇ ਅਗੇਂਸਟ, ਚੱਲਦੇ ਕੋਰਟ ਕੇਸ ਦੇ ਵਿੱਚ ਤੇ ਉਹਨਾਂ ਨੇ 2 ਪ੍ਰੋਗਰਾਮ ਕਰਾਏ, ਨਹੀਂ ਸੀ ਕਰਾ ਸਕਦੇ। ਮੇਰੇ ਬੰਦ ਕਮਰਿਆਂ ਦੇ ਜਿੰਦੇ ਤੋੜੇ, ਉਹ ਵੀ ਕੋਰਟ ਕੇਸ ਚੱਲਦੇ 'ਚ ਤੋੜੇ ਤੇ ਮੇਰਾ ਸਮਾਨ ਸਾਰਾ ਖੁਰਦ-ਬੁਰਦ ਕਰ ਦਿੱਤਾ। ਉਹਦੀ ਸ਼ਿਕਾਇਤ ਮੈਂ ਪੁਲਿਸ ਨੂੰ ਕੀਤੀ ਆ, ਉਹਦੀ ਅਜੇ ਤੱਕ SHO ਸਦਰ ਤੇ DSP ਪ੍ਰੇਮ ਸਿੰਘ ਸਿਟੀ ਨੇ ਕੋਈ ਕਾਰਵਾਈ ਨਹੀਂ ਕੀਤੀ, ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਕੋਰਟ ਵੱਲੋਂ ਸਟੇ ਮੈਨੂੰ ਮਿਲਿਆ ਹੋਇਆ ਕਿ ਮੈਂ ਮੰਦਿਰ ਪ੍ਰਵੇਸ਼ ਕਰ ਸਕਦਾ, ਸਟੇ ਦੀ ਕਾਪੀ ਮੇਰੇ ਕੋਲ। ਤੁਸੀਂ ਕਿ ਉਹਨਾਂ ਦੇ ਕੰਪਲੇਂਟ ਪਾਈ ਹੈ ਕਿ ਤੁਹਾਡਾ 10 ਲੱਖ ਰੁਪਈਆ ਤੇ ਨਾਲ ਕੁਝ ਗਹਿਣੇ ਉਹਨਾਂ ਨੇ ਚੋਰੀ ਕਰ ਲਏ। ਹਾਂਜੀ। ਉਹ 10 ਲੱਖ ਰੁਪਈਆ ਤੁਹਾਡੇ ਕੋਲ ਕਿੱਦਾਂ ਇੱਕ ਸਾਧ ਹੋਣ ਦੇ ਨਾਤੇ ਇਕੱਠਾ ਹੋ ਗਿਆ? ਨਹੀਂ, ਤੇ 10 ਨਾਲ ਲੱਖ ਗਹਿਣੇ ਕਿੱਦਾਂ ਇਕੱਠੇ ਹੋ ਗਏ ਤੁਹਾਡੇ ਕੋਲ? 10 ਲੱਖ ਨਹੀਂ ਜੀ, ਇਹ ਮੇਰੇ ਕੋਲ 2 ਲੱਖ ਮੰਦਿਰ ਦਾ ਹੋਣਾ, 2 ਲੱਖ 10 ਮੇਰਾ। ਲੱਖ ਕਿਹਾ ਸੀਗਾ। ਉਹ ਤਾਂ ਝੂਠ ਬੋਲਦੇ, ਬੇਬੁਨਿਆਦ ਕਹਿੰਦੇ। ਦਰਖਾਸਤ ਤਾਂ ਮੈਂ ਦਿੱਤੀ ਹੈ ਨਾ। ਦਰਖਾਸਤ ਤੇ ਕਿੰਨੇ ਪੈਸੇ ਲਿਖੇ ਹੋ? ਦਰਖਾਸਤ ਤੇ ਆ ਦਰਖਾਸਤ ਤੁਹਾਡੇ ਕੋਲ ਹੈ 2 ਲੱਖ 2.5 ਲੱਖ ਦੇ ਕਰੀਬ ਲਿਖੀ। ਸਮਥਿੰਗ ਚਲੋ। ਗਹਿਣੇ ਜਿਹੜੇ ਆ ਮੇਰੇ ਸਹੁਰਿਆਂ ਨੇ ਮੈਨੂੰ ਪਾਏ ਹੋਏ ਆ, ਉਹ ਹੁਣ ਔਰਤਾਂ ਲਾਉਂਦੀਆਂ ਪਾਉਂਦੀਆਂ। ਮੇਰੀ ਨੂੰਹ ਦੇ ਸੀ, ਨੂੰਹ ਮੇਰੀ ਉਸ ਦਿਨ ਮੇਰੇ ਕੋਲ ਆਈ ਹੋਈ ਸੀ, ਉਹਦੇ ਸੀ। ਮੇਰੀ ਬੇਟੀ ਜਰਮਨ ਦੇ ਵਿੱਚ ਡਾਕਟਰ ਆ, ਉਹਦੇ ਵਿਆਹ ਦਾ ਵੀ ਅਸੀਂ ਪ੍ਰਬੰਧ ਕਰਕੇ ਰੱਖਿਆ ਹੋਇਆ। ਜਦੋਂ ਆਪਣੇ ਘਰ ਵਾਲੇ ਗਹਿਣੇ ਡੇਰੇ ਰੱਖਣ ਦਾ ਕੀ ਕਾਰਨ ਕਰ ਗਿਆ? ਬੇਟੀ ਤਾਂ ਜਰਮਨ ਦੇ ਵਿੱਚ ਹੈ ਜੀ, ਨੂੰਹ ਮੇਰੀ ਉਸ ਦਿਨ ਇੱਥੇ ਆਈ ਹੋਈ ਸੀ। ਜਿਹੜੀ ਤੁਹਾਡੀ ਦਰਖਾਸਤ ਤੇ ਕਾਰਵਾਈ ਕੋਈ ਨਹੀਂ ਹੋ ਰਹੀ, ਕੋਈ ਮਿਲੀ ਭਗਤ ਲੱਗਦੀ ਹੈ ਕਿ ਪੁਲਿਸ ਉਹਨਾਂ ਨਾਲ? ਹਾਂਜੀ, ਪੁਲਿਸ ਜਿਹੜਾ SHO ਸਦਰ ਆ ਉਹਨਾਂ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ, ਵੀ ਮੇਰੀ ਗੱਲ ਹੀ ਨਹੀਂ ਸੁਣਦਾ। DSP ਤੇ SHO ਸਦਰ ਮੌਕਾ ਦੇਖਣ ਗਏ, ਮੈਨੂੰ ਵੀ ਲੈ ਕੇ ਗਏ ਆ। ਮੈਨੂੰ ਲੈ ਕੇ ਗਏ ਤਾਂ ਸਾਨੂੰ ਕਮਰਿਆਂ ਦੇ ਨੇੜੇ ਨਹੀਂ ਜਾਣ ਦਿੱਤਾ। ਆਪੇ ਜਿੰਦੇ ਖੋਲੇ, ਆਪੇ ਬੰਦ ਕਰਤੇ, ਸਾਨੂੰ ਨੇੜੇ ਨਹੀਂ ਜਾਣ ਦਿੱਤਾ ਕਿ ਅਸੀਂ ਸਮਾਨ ਦੀ वेरिफिकेशन कर सकते हैं। 10 चैनल न्यूज़ रे हरपाल लाडा ते बलजिंदर सिंह की रिपोर्ट। अपनी फैमिली की हेल्थ से नो कॉम्प्रोमाइज, पिए सिर्फ साफ सुथरा और केमिकल अशुद्धियों से मुक्त पानी। समर्थ आरो वाटर प्योरीफायर, शुद्ध पियो स्वस्थ जियो।